ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਕਿੱਦਾਂ? ਸਾਰੇ ਠੀਕ ਠਾਕ ਹੈ ਜੀ। ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ। ਅੱਛਾ, ਆਪਣਾ ਇੱਕ ਵਿਸ਼ਾ ਬੜਾ ਉਲਝਿਆ ਹੋਇਆ ਹੈ, ਤੁਹਾਨੂੰ ਪਤਾ, ਜਿਹੜਾ ਆਪਣਾ ਧੰਦਾ ਬੰਦ ਕਰਾਉਣ ਵਾਲਾ, ਜਿਹੜਾ ਭੁੰਡੀ ਵਾਲਾ ਰੋਟੀ ਪਾਣੀ ਦਾ ਭੁੰਡੀ ਤੇ ਬੜੇ ਔਖੇ ਹੈ। ਉਹ ਬਾਈ ਸੁਰਿੰਦਰ ਖਾਲਸਾ, ਉਹ ਅੱਜ ਪਹਿਲਾਂ ਤਾਂ ਕੱਲ ਰੋਡ ਵਾਲੇ ਆਏ, ਉਹਨਾਂ ਤੋਂ ਗੱਲ ਨਹੀਂ ਬਣੀ, ਪਤਾ ਨਹੀਂ ਕੌਣ ਉਹਨਾਂ ਨੂੰ ਉਂਗਲ ਲਾਉਂਦਾ ਕੌਣ ਨਹੀਂ, ਰੱਬ ਜਾਣੇ ਪੈਸੇ ਭਾਲਦੇ ਆ। ਫਿਰ ਉਹ ਅੱਜ ਸੁਖਵਿੰਦਰ ਸਿੰਘ ਆ ਕੋਈ, ਉਹ ਤੋਂ ਵੱਡਾ, ਉਹਨੂੰ ਲੈ ਕੇ ਆ ਗਏ। ਮਤਲਬ ਸੁਖਵਿੰਦਰ ਸਿੰਘ ਆਏ ਖੜਾ ਹੈ, ਇੱਕ ਹੱਥ ਕੱਟਿਆ ਉਹਦਾ, ਮਜਬੀ ਸਿੱਖ ਹੈ। ਹਲੋ ਇਧਰ ਭਾਈ, ਆਪਣੇ ਹਲੋ ਨੂੰ ਗੁੱਸਾ ਆ ਗਿਆ ਵੀ ਹਲੋ ਤਾਂ ਮੇਰੀ, ਇਹਨੇ ਕਿਵੇਂ ਕਹਿਤਾ? ਹਲੋ ਤਾਂ ਮੇਰੀ ਬੰਦ ਕਰਾਤੀ ਬਾਬੇ ਨੇ, ਇਹ ਭੁੰਡੀ ਕੋਲੇ ਹਲੋ ਕਿਵੇਂ ਬੋਲ ਗਿਆ? ਕਿਦਾਂ ਦੱਸ, ਬੰਦ ਕਰੋ ਇਹ ਚਕੋਟਾ ਟਿੱਪੜੀ ਲਾਓ, ਦੋ ਤਿੰਨ ਲੱਤਾਂ ਮਾਰ ਗਿਆ ਤੇ ਖੜਾ ਹੀ ਪਤੀਲਿਆਂ ਚ। ਚਲੋ ਬੰਦ ਕਰੋ, ਚਲੋ। ਇਹ ਕਿਵੇਂ ਲਾਇਆ ਇਹ? ਉਹ ਮੈਂ ਗੱਲ ਦੱਸ ਕੀ ਹੈ? ਮੈਂ ਕਿਹਾ ਕੱਲੇ ਸਾਗ ਵੇਚਣ ਵਾਲੇ ਨਾ ਜਾਣੀ, ਮੈਂ ਕਿਹਾ ਬੋਰਡ ਬਾੜ ਪਾੜਤੇ ਸਾਡੇ ਜਿਹੜੇ ਲਿਖੇ ਹੋਏ ਸਾਰੇ ਹੱਥ ਨਾਲ ਲਿਖੇ। ਮੈਂ ਕਿਹਾ ਯਾਰ ਹੱਥ ਨਾਲ ਲਿਖੇ ਸਾਡੇ। ਕਹਿੰਦਾ ਭੁੰਡੀ ਕਿਹਦੀ ਹੈ? ਕੋਦੀ ਹੈ? ਸਾਡੀ ਹੈ। ਮੈਂ ਕਿਹਾ ਤੂੰ ਦਿੱਤੀ ਹੈ? ਸਰਕਾਰ ਨੇ ਦਿੱਤੀ ਹੈ ਯਾਰ। ਆਰਸੀ ਸਾਡੇ ਨਾਲ ਯਾਰ, ਆਰਸੀ ਵੀ ਸਾਡੇ ਨਾਲ, ਤੇਰਾ ਕੀ ਰੋਲ ਹੈ ਇਹਦੇ ਚ? ਠੀਕ ਹੈ। ਮੈਂ ਲਾਉ ਤੇ ਮੈਂ ਕਿਹਾ ਬਰਨਾਲੇ ਲਾਈ ਬੈਠਾ, ਉਹ ਬੰਦ ਕਰਾ ਦੇ। ਕਹਿੰਦਾ ਉਹਨਾਂ ਨੂੰ ਆਪਣਾ ਕੋਈ ਲੈਣਾ ਦੇਣਾ ਨਹੀਂ, ਤੁਸੀਂ ਨਹੀਂ ਲਾਉਣੀ, ਸਾਡੇ ਮਗਰ ਪਿਆ। ਯੂਪੀ ਵਾਲੇ ਡੀਜੇ ਬਣਾਈ ਫਿਰਦੇ ਆ, ਜਨਰੇਟਰ ਵੀ ਕਿਰਾਏ ਤੇ ਦੇਈ ਬੈਠੇ ਆ। ਹੈ ਆਪਣੇ ਤਾਂ ਡਰੋਨ ਜਨਰੇਟਰ ਪਏ ਆ ਟਿਕੇ ਘਰੇ ਪਏ ਆ, ਪਰ ਉਹ ਨਹੀਂ ਮੰਨਦੇ ਗੱਲਾਂ ਨੂੰ। ਕਹਿੰਦਾ ਤੁਹਾਨੂੰ ਨਹੀਂ ਲਾਉਣ ਦੇਣਾ, ਸਪੈਸ਼ਲ ਸਾਡੇ ਮਗਰ ਪਏ ਵੇ ਆ। ਹੁਣ ਯਾਰ ਅੱਜ ਆ ਕੇ ਉਹਨੇ ਉਹ ਕਲਰ ਪਾਇਆ ਯਾਰ। ਉਧਰੋਂ ਕਲੋਨੀ ਵਾਲੇ ਵੀ ਆ ਗਏ ਵਿਚਾਰੇ, ਉਹ ਵੀ ਬੰਦੇ ਵੀ ਗਰਮ ਹੋ ਗਏ ਜਿਹੜੇ ਰੋਟੀ ਖਾਂਦੇ। ਉਹ ਕਹਿੰਦਾ ਬਾਈ ਯਾਰ ਤੁਸੀਂ ਕਮਾ ਕੇ ਕਿਸੇ ਨੂੰ ਖਾਣ ਹੀ ਨਹੀਂ ਦਿੰਦੇ ਯਾਰ। ਹੋਰ ਦੁਖੀ ਕਰਤਾ ਯਾਰ ਕਿਉਂ ਐ ਕਰਦੇ ਤੁਸੀਂ? ਹੁਣ ਫੇਰ ਕਹਿ ਕੇ ਕਹਿੰਦਾ ਵੀ ਕੱਲ ਨੂੰ ਨਹੀਂ ਹੋਣੀ ਚਾਹੀਦੀ। ਅਸੀਂ ਤਾਂ ਫਿਰ ਸਿੱਧੇ ਹੀ ਹੋ ਗਏ ਸੀ ਕਿ ਇਹਦਾ ਆਊਗੀ, ਅੱਗ ਲਾ ਦੇਵੇ ਇਹਨੂੰ ਇੱਥੇ। ਇਹ ਹਾਲੋ ਕਹਿੰਦਾ ਫਿਰ ਮੈਂ ਤਾਂ ਅੱਗ ਲਾ ਦੂੰ ਬਾਈ ਇੱਥੇ ਵਿੱਚੇ ਸਮਾਨ। ਪਰ ਇਹ ਹੁਣ ਆਊਗੀ, ਜਿਹੜਾ ਕੋਈ ਤੈਥੋਂ ਹੁੰਦਾ ਤੂੰ ਕਰ ਲਈ, ਜਿਹੜਾ ਸਾਥੋਂ ਹੋਊ ਅਸੀਂ ਕਰ ਲਾਂਗੇ। ਠੀਕ ਹੈ ਨਾ? ਤੇਰੇ ਬਾਰ ਚ ਭਈਏ ਰੇੜੀਆਂ ਲਾਈ ਬੈਠੇ, ਉਹਨਾਂ ਨੂੰ ਰੋਕਦਾ ਤੂੰ? ਕੱਲ ਤੁਸੀਂ ਭੇਜਤੇ ਵੀ ਇੱਥੇ ਐਕਸੀਡੈਂਟ ਹੋ ਜਾਊਗਾ। ਕਿਉਂ? ਪਾਗਲਾਂ ਸੀ। ਥੱਲੇ ਖੜੀ ਆ, ਐਕਸੀਡੈਂਟ ਹੋ ਜਾਊਗਾ, ਉਧਰਲੇ ਪਾਸੇ ਹੀ ਜਾਂਦੇ ਨਹੀਂ। ਬਾਬਾ ਪੋਸਟਰ ਵੀ ਲਾਤੀ ਆਪਾਂ ਸਾਰੇ, ਕੋਈ ਪੋਸਟਰ ਨਹੀਂ ਲੱਗਿਆ ਸਾਡੇ, ਸਭ ਨੂੰ ਪਤਾ ਭਰਾਵਾਂ ਨੂੰ ਵੀ ਉਹ ਖੜੇ ਆ। ਠੀਕ ਹੈ, ਭੁੰਡੀ ਦੇਖ ਕੇ ਵੀਡੀਓ ਦੇਖ ਕੇ ਅਗਲਾ ਆਉਂਦਾ ਹੈ। ਉਹਦੇ ਮਾਨ ਦੀ ਵੀਡੀਓ ਆਈ ਸੀਗੀ, ਮਾਨ ਦੀ ਵੀਡੀਓ ਵੇਖ ਕੇ ਕਮਲੇ ਹੋ ਗਏ ਵੀ ਉਹ ਚੱਕ ਕੇ ਗਰੁੱਪ ਚ ਪਾ ਦੇ, ਮਾਲਕ ਨੂੰ ਭੇਜ ਦੇ ਭਾਈ ਕਿਹੜਾ ਪਾਤਾ। ਅਸੀਂ ਤਾਂ ਮੋਦੀ ਦੁਆਰਾ ਲਈ ਹੈ, ਤੇਰਾ ਇਹਦੇ ਚ ਕੀ ਰੋਲ ਹੈ? ਮੈਂ ਕਿਹਾ ਓਏ ਸਰਕਾਰ ਦਾ ਹੈ, ਤੇਰਾ ਇਹਦੇ ਚ ਲੱਲਾ ਨਹੀਂ ਖੱਖਾ ਨਹੀਂ ਯਾਰ। ਉਹ ਮੈਂ ਕਿਹਾ ਤੂੰ ਸ਼ੁਕਰ ਕਰ ਤੈਨੂੰ ਇਹਨੇ ਰੱਖ ਲਿਆ, ਨਹੀਂ 300 ਦਿਹਾੜੀ ਤਿੰਲੀ ਜਾਣੀ ਕਿਸੇ ਨੇ। ਜਿਹੜੀ ਤੇਰੀ ਸ਼ਕਲ ਹੈ ਯਾਰ, ਬੋਲੀ ਤੇਰੀ ਹੈ ਨਹੀਂ ਆਉਣਾ ਕੱਲ ਨਹੀਂ ਆਉਣਾ। ਮੈਂ ਕਿਹਾ ਮੈਂ ਕੁਰਸੀ ਚੱਕ ਲੂੰ ਤੇ ਆਪਾਂ ਅੱਜ ਹੀ ਨਹੀਂ ਆਉਣਾ। ਮੈਂ ਕਿਹਾ ਕੁਰਸੀ ਫਰੀ ਤੇਰੀ। ਉਦੋਂ ਨੂੰ ਦੋ ਹੋਰ ਆ ਕੇ ਗਿਆਨੀ ਹੋਏ, ਉਹ ਕਹਿੰਦਾ ਬਾਬਾ ਚੱਕੀਏ ਫੇਰੀਏ ਹੱਥ। ਉਹ ਤਾਂ ਆਰਡਰ ਭਾਲਦੇ ਸੀਗੇ ਬਾਬਾ, ਕਹਿੰਦੇ ਕਰੋ ਆਰਡਰ। ਮੈਂ ਕਿਹਾ ਨਾ 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 ਯਾਰ। ਮੈਂ ਕਹਿੰਦਾ ਜਾਂਦੇ ਵੇਖੀ ਸਾਗ ਵਾਲੇ ਪਤੀਲੇ ਇਹਦੇ ਸਿਰ ਨੂੰ। ਮੈਂ ਕਿਹਾ ਨਾ, ਹਰਾ ਕਰਕੇ ਭੇਜ ਦੇਣਾ। ਇਹਨੇ ਤਾਂ ਜਿਹੜਾ ਕੋ ਕਰਨਾ ਇਹ ਕਰਤਾ, ਆਪਾਂ ਨਹੀਂ ਕਰਨਾ। ਠੀਕ ਹੈ, ਇਹਨੇ ਆਪਣੇ ਭਾਂਡਿਆਂ 'ਚ ਲੱਤਾਂ ਮਾਰੀਆਂ, ਪਰ ਆਪਾਂ ਹੁਣ ਸਾਗ ਨਹੀਂ ਦੇਣਾ ਕਿਸੇ ਨੂੰ। ਸਾਗ ਹੀ ਸੀ ਕੱਲਾ ਆਪਣੇ ਕੋਲੇ, ਕੋਈ ਗੱਲ ਨਹੀਂ, ਆਪਾਂ ਇਕੱਠਾ ਕਰ ਲਿਆ ਬਾਈ, ਆਪਾਂ ਡੋਲ ਦਿਆਂਗੇ। ਠੀਕ ਹੈ, ਆਪਾਂ ਇਹਦੇ ਵਰਗੇ ਮੂਰਖ ਨਹੀਂ ਬਣਨਾ। ਇਹਨੇ ਅਨਾਜ ਨੂੰ ਲੱਤ ਮਾਰੀ ਆ, ਰੌਲਾ ਸਿਰਫ ਪੈਸਿਆਂ ਦਾ। ਕਿਉਂਕਿ ਸਾਨੂੰ ਤਾਂ ਮਹੀਨਾ ਹੋ ਗਿਆ ਲਾਉਂਦਿਆਂ ਨੂੰ, ਉਹ ਤਾਂ ਦਿਸੇ ਨਹੀਂ। ਤੇ ਦੀਵਾਲੀ ਆ ਗਈ ਹੈ ਤੇ 2 ਦਿਨ ਪਹਿਲਾਂ ਕਿਹੜਾ ਇਹਨਾਂ ਨੂੰ ਉਹ ਹੋ ਗਿਆ, ਮਾਨ ਨੇ ਵੀਡੀਓ ਪਾਤੀ, ਗਾਹਕੀ ਚੱਲ ਪਈ। ਅਸਲ ਚ ਗਾਹਕ ਚੱਲ ਪਿਆ 5-7 ਦਿਨ ਦਾ ਕੰਮ ਚੱਲ ਪਿਆ। ਜਦੋਂ ਕੰਮ ਚੱਲ ਪਿਆ, ਰੱਬ ਜਾਣੇ ਉਹ ਵਿੱਚੋਂ ਕੋਈ ਢਾਬਿਆਂ ਢੂਬਿਆਂ ਵਾਲੇ ਵੀ ਕਹਿੰਦੇ ਹੋਣਗੇ, ਜਿੱਥੋਂ ਤੱਕ ਕੋਈ ਪਹੁੰਚ ਅਗਲਾ ਲਾਉਂਦਾ
ਪਤਾ ਨਹੀਂ ਕੀ ਚੱਕਰ ਆ, ਬਾਅਦ ਹੀ ਪੈ ਗਏ ਵੀ ਬਾਬਾ ਇਹਨਾਂ ਦਾ ਅੱਡਾ ਪੱਟੋ ਜੀ ਹਨਾ। ਹਾਂ ਫਿਰ ਅਸੀਂ ਦੇਖੋ ਇਹ ਨਹੀਂ ਹੈਗਾ ਹਾਂ ਵੀ ਉੱਥੇ ਹੀ ਆਉਂਦਾ, ਹਾਂ ਗੀਤਾ ਭਵਨ ਲਾਉਂਦੇ ਉੱਥੇ ਨਹੀਂ ਆਉਂਦੇ, ਆ ਉੱਥੇ ਨਹੀਂ ਹੁੰਦਾ ਹਨਾ। ਉੱਥੇ ਬਾਰੇ ਕਹਿੰਦੇ ਵੀ ਨਹੀਂ, ਹਾਂ ਉੱਥੇ ਭੁੰਡੀ ਵੀ ਤੇ ਇਹੀ ਹੈ। ਹਾਂ ਮੈਂ ਕਿਹਾ ਯਾਰ ਕਮਾਲ ਆ, ਮੈਂ ਕਿਹਾ ਚੱਲ ਠੀਕ ਆ ਯਾਰ, ਪਹਿਲਾਂ ਬੰਦਾ ਕਹਿ ਦੇਣਾ ਗੱਲ ਕਰੇ। ਮੈਂ ਕਿਹਾ ਭਾਈ 1.5-2 ਲੱਖ ਦਾ ਕੰਮ ਆ ਮੇਰਾ, ਮੈਨੂੰ ਪੈਸੇ ਇਕੱਠੇ ਕਰ ਲੈਣ ਤੇ 1.5-2 ਲੱਖ ਮੈਂ ਗੱਡੀ ਬਣਾ ਲੂੰਗਾ ਯਾਰ, ਕਿੱਡੀ ਗੱਲ ਆ। ਛੋਟਾ ਹਾਥੀ ਬਣਾ ਲਾਂਗੇ, ਖਰਚਾ ਵੀ ਘੱਟ ਆਊਗਾ, ਚੱਲ ਅਸੀਂ ਬਣਾ ਲੈਂਦੇ ਹਾਂ। ਨਾਲੇ ਬਾਬਾ ਆਪਾਂ ਇਹਨਾਂ ਦਾ ਜ਼ੋਰ ਲੱਗ ਜਾਂਦਾ, ਦੱਸਣ ਲੱਗਿਆ ਸਾਰਾ ਵੀ ਹਾਂ, ਕੀ ਦਵਾਈਆਂ। ਅਸੀਂ ਉੱਥੇ ਬੈਠੇ ਆ, ਅਗਲੇ ਨੂੰ ਕੀ ਪਤਾ ਕਾਹਦੇ ਵਾਲੇ, ਅਗਲਾ ਕਹਿੰਦਾ ਐਫਕੋ ਵਾਲੇ ਬੈਠੇ ਆ, ਹਾਂ ਦਵਾਈਆਂ ਵਾਲੇ। ਹਾਂ ਫਿਰ ਉਹ ਪੁੱਛਦਾ ਆ ਕੇ, ਬਾਬਾ ਕਿਵੇਂ ਆ ਇਹ, ਕੀ ਹੈ ਇਹ? ਡਰੋਨ ਹੈ ਜੀ, ਉੱਡ ਕੇ ਸਪਰੇਅ ਕਰਦਾ, ਕਿੰਨਾ ਪਾਣੀ ਪਾਉਂਦਾ ਕਿੱਲੇ ਦਾ? ਇੰਨਾ ਪਾਉਂਦਾ ਜੀ। ਕਿਵੇਂ ਕਰਦਾ? 10 ਲੀਟਰ ਪਾਣੀ ਪੈਂਦਾ। ਨਹੀਂ ਯਾਰ ਪਾਣੀ ਘੱਟ ਹੈ, ਤੁਸੀਂ 20 ਪਵਾ ਲਓ ਜੀ। ਠੀਕ ਹੈ, ਐਂ ਕਰਦਾ ਜੀ, ਐਂ ਕਰਦਾ। ਯੂਰੀਆ ਵੀ ਲੀਕਵਿਡ ਆਉਂਦਾ ਇਹਨਾਂ ਦਾ, DAP ਆ। ਸਾਰਾ ਦੱਸਦੇ ਅਗਲੇ ਨੂੰ ਯਾਰ, ਜਿਵੇਂ ਆਪਾਂ ਮਰੀਜ਼ ਦਾ ਪਤਾ ਲੈਣ ਨਹੀਂ ਜਾਂਦੇ, ਵੀ ਮਰੀਜ਼ ਤੁਹਾਨੂੰ ਪਤਾ ਨਾ ਵੀ ਦੁਖੀ ਹੋ ਜਾਂਦਾ, ਦੱਸ ਮੈਂ ਆਏ ਹੋਇਆ ਹਨਾ, ਉਵੇਂ ਸਾਨੂੰ ਦੱਸਣਾ ਪੈਂਦਾ। ਇੱਕ ਤਾਂ ਐਡ ਕਰੀ ਜਾਂਦੇ ਇਹਨਾਂ ਦੀ, ਇੱਕ ਫਿਰ ਆਏ ਆ ਵੀ ਉੱਪਰੋਂ ਕਿਸੇ ਦਾ ਫੋਨ ਆਇਆ ਹੋਵੇ ਨਾ, ਬੰਦਾ ਕਹਿੰਦਾ ਯਾਰ ਮੈਨੂੰ ਬਈ ਸਾਡੇ ਬੌਸ ਦਾ ਫੋਨ ਆਇਆ, ਜਾਂ ਭਾਈ ਮਾਲਕ ਦਾ ਫੋਨ ਆਇਆ ਵੀ ਤੁਸੀਂ ਇਹ ਕੰਮ ਨਹੀਂ ਕਰਨਾ, ਹਾਂ, ਜਾਂ ਇਹਨਾਂ ਦਾ ਕੰਮ ਛੱਡ ਕੇ ਆਪਾਂ ਭੁੰਡੀ ਲਾਈ ਹੋਵੇ, ਫਿਰ ਵੀ ਕਹਿ ਸਕਦਾ ਹਾਂ ਯਾਰ ਭੁੰਡੀ ਖੜੀ ਆ ਯਾਰ, ਸਪਰੇਅ ਹੁਣ ਕਾਹਤੇ ਕਰਨੀ? ਹਾਂ ਝੋਨਾ ਵੱਢੀ ਜਾਂਦੇ ਆ। ਮੈਂ ਕਿਹਾ ਤੁਹਾਡੇ ਘਰੇ ਮਾਰਿਆ ਉਹਨੇ, ਮਾਰ ਦਈਏ। ਹਾਂ ਝੋਨਾ ਲੋਕ ਵੱਢੀ ਜਾਂਦੇ ਆ, ਤੁਸੀਂ ਸਪਰੇਆਂ ਦੀ ਦੋਕੀ ਚੁੱਕੀ ਜਾਂਦੇ ਯਾਰ। ਅਸੀਂ ਇਹਨਾਂ ਤੋਂ ਖੜਾ ਛਡਾਉਣ ਨੂੰ ਫਿਰਦੇ ਪਤੰਦਰਾ। ਹਾਂ ਆ ਮੈਂ ਕਿਹਾ ਰੋਟੀਆਂ ਹੁਣ ਆਪਾਂ ਪਹਾੜੀ ਮੱਕੀ ਕਰਕੇ ਖਾਂਦੇ ਆ ਵੀ ਕਾਂਗੜੇ ਦੀ ਆ। ਹਾਂ ਸਾਡੀ ਮੱਕੀ ਦਾ ਰੇਹਾਂ ਸਪਰੇਆਂ ਨਹੀਂ ਲੈ ਲਈ ਫਿਰ। ਬਾਬਾ ਕਣਕ ਆਪਣੀ ਰਾਜਸਥਾਨ ਵਾਲੇ ਖਾਂਦੇ ਨਹੀਂਗੇ, ਲੈਂਦੇ ਨਹੀਂ, ਮੂੰਹ ਤੇ ਨਹੀਂ ਧਰਦੇ। ਹਾਂ ਉਹ ਕਹਿਣਗੇ ਕਣਕ ਮੁੱਲ ਨਹੀਂ ਲੈਂਦੇ, ਸਾਨੂੰ ਪਤਾ ਪੰਜਾਬ ਚੋਂ ਆ ਜਾਂਦੀ ਹੈ। ਹਾਂ ਇਹ ਤੇ ਕਿਹੜਾ ਲਿਖਿਆ ਹਾਂ ਵੀ ਅਸੀਂ ਜਿੰਨਾ ਚਿਰ ਆਪਦੀ ਹੈਗੀ ਖਾ ਲਾਂਗੇ, ਮੁੜ ਕੇ ਬਾਜਰਾ। ਹਾਂ ਕਣਕ ਨਹੀਂ ਖਾਂਦੇ ਫਿਰ, ਕਣਕ ਨਹੀਂ ਲੈਂਦੇਗੇ ਵੀ ਮੁੱਲ ਨਹੀਂ ਲੈਣੀ। ਹਾਂ ਦੇਖੋ ਇੱਕ ਯਾਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਯਾਰ, ਪੰਜਾਬੀ ਨੂੰ ਯਾਰ ਕਰੀ ਜਾਂਦਾ ਯਾਰ, ਕਿੱਥੇ ਜਾਵਾਂਗੇ ਯਾਰ। ਬਾਬਾ ਜਦੋਂ ਸਿੱਖਾਂ ਦਾ ਘਾਣ ਹੋਇਆ ਨਾ, ਉਦੋਂ ਵੀ ਪੰਜਾਬੀਆਂ ਨੇ ਪੰਜਾਬੀ ਮਾਰਿਆ ਯਾਰ, ਪੰਜਾਬੀਆਂ ਨੇ ਪੰਜਾਬੀ ਮਾਰਿਆ। ਇਹਨਾਂ ਕੋਲੇ ਕਿੰਨਾ ਦੋ ਹੀ ਤਰੀਕੇ, ਕਤਲੇਆਮ ਹੋਇਆ, ਕਿੰਨਾ ਖੂਨ ਹੋਇਆ, ਧਰਤੀ ਲਾਲ ਹੋ ਗਈ। ਦੋ ਹੀ ਤਰੀਕੇ ਇਹਨਾਂ ਕੋਲੇ, ਜਾਂ ਇਨਕਾਊਂਟਰ ਹੈ, ਹਾਂ, ਤੇ ਜਾਂ ਫਿਰ ਪਰਚਾ। ਪਰਚਾ ਜੇਲ੍ਹ ਆ ਬਸ। ਜਿਹੜਾ ਨਜਾਇਜ਼ ਪਾ ਕੇ ਪਾਊਡਰ ਪਾਤਾ, ਉਹ ਪਤਾ ਉਹ ਮੰਤਰੀ ਬਾਜੇਖਾਨੇ ਵਾਲਾ, ਔਰਤ ਬਾਜੇ ਵਾਲਾ ਮੰਤਰੀ ਵਿਚਾਰਾ, ਉਹ ਕਾਹਦੇ ਚ ਡਿਬਰੂਗੜ੍ਹ ਨਜਾਇਜ਼ ਹੀ ਪਾਤਾ ਉਹਦੇ। ਫੱਕਰ ਬੰਦਾ, ਹਾਸੇ ਖੇਡੇ ਵਾਲਾ ਬੰਦਾ ਸੀ, ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲਾ ਬੰਦਾ ਸੀ, ਉਹਦਾ ਪਰਿਵਾਰ ਐਡਾ ਨਰਮ ਸੀ, ਸਿੰਪਲ ਸਧਾਰਨ ਬੰਦਾ ਸੀ। ਐਨਐਸਏ ਲਾਤੀ, ਦੱਸ ਉਹਦੇ, ਦੱਸ ਇਹੋ ਜਿਹੇ ਰਾਹ ਤੋਰਤਾ। ਹਾਂ ਤੇ ਹੁਣ ਉਹ ਮੁੜਦਾ ਨਹੀਂ। ਹਾਂ ਜਿੰਨੇ ਵੀ ਉੱਥੇ ਗਏ ਆ ਮੁੜਦੇ ਨਹੀਂ ਹੁਣ ਘਰੇ। ਘਰੇ ਕਦਾ ਮੁੜਨਾ ਬਾਬਾ, ਹੁਣ ਗਾਂ ਹੀ ਤੁਰਨਗੇ, ਜਕਾਰੇ ਹੀ ਛੱਡਣਗੇ ਹੁਣ ਤਾਂ ਬਈ। ਹਾਂ ਤੇ ਜਿਹੜੇ ਟੀਚਰਾਂ ਕਰਦੇ ਸੀ ਮੰਤਰੀ ਨੂੰ, ਹਾਂ ਹੁਣ ਉਹਨੂੰ ਤਾਂ ਕਰੋ। ਹੁਣ ਟੀਚਰ ਕਿਵੇਂ ਕਰ ਲੈਣਗੇ? ਕਿਉਂਕਿ ਮੰਤਰੀ ਹੀਰੋ ਬਣ ਗਿਆ। ਹਾਂ ਪੰਜਾਬ ਦਾ ਚਹੇਤਾ, ਪੰਜਾਬ ਦਾ ਪੁੱਤ, ਵੀਡੀਓ ਹਰ ਮਾਂ ਨੂੰ ਪਿਆਰਾ ਪੋਤਾ ਹੋ। ਠੀਕ ਹੈ ਨਾ, ਤਾਂ ਕਰਕੇ ਕੰਮ ਹੀ ਇਹੋ ਜਿਹੇ ਕਰੋ ਹਾਂਜੀ ਜਿਹੜੇ ਲੋਕਾਂ ਨੂੰ ਚੰਗੇ ਲੱਗਣ। ਠੀਕ ਹੈ ਨਾ, ਕਿਉਂਕਿ ਉਹ ਕੰਮ ਨਾ ਕਰੋ ਜਿਹੜਾ ਕੋਈ ਲੋਕ ਦੁਖੀ ਹੋਣ। ਹਾਂ ਜਿਵੇਂ ਹੁਣ ਸਾਡੇ ਕੰਮ ਨਾਲ ਇਫੈਕਟ ਪਿਆ ਰੇੜੀਆਂ ਤੇ। ਹਾਂ ਜਿਹੜੇ ਸਾਡੇ ਨੇੜੇ ਵੀ ਭਈਏ ਸੀ, ਉਹ ਵੀ ਬਹੁਤ ਦੁਖੀ ਆ। ਹਾਂ ਗੀਤਾ ਭਵਨ ਚ, ਸਹੀ ਗੱਲ ਆ। ਕਿਉਂਕਿ ਆ ਜਾਂਦੇ ਘਰਾਂ ਚੋਂ ਆਪਣੇ ਪੰਜਾਬੀ ਬਾਣੀ ਆ, ਦੂਜੇ 8-8 10-10 ਜਾਣੇ ਬਹਿ ਜਾਂਦੇ ਖਾਣ ਆ ਕੇ, ਹਨਾ। ਉਹਨਾਂ ਨੂੰ ਇਹ ਹੁੰਦਾ ਯਾਰ ਇਹ ਸਾਡੇ ਕੋਲੇ ਹੁੰਦੇ ਸੀ ਯਾਰ, ਆਹ ਕੀ ਬਣ ਗਿਆ। ਹੁਣ ਉਹ ਗੱਲਾਂ ਕਰਦੇ ਆ, ਉਹ ਕਹਿੰਦੇ ਯਾਰ ਕੀ ਖਾਣਾ 버ਗਰ ਦਾ, ਕੀ ਖਾਣਾ ਮੋਮੋਜ਼ ਦਾ, ਯਾਰ ਦਫਾ ਕਰੋ ਯਾਰ। ਘਰ ਦੀ ਮੱਕੀ ਆ, ਸਰੋਂ ਦਾ ਸਾਗ ਆ, ਟੌਰਨਾ ਖਾਂਦੇ ਆ ਯਾਰ। 100 ਰੁਪਏ ਚ ਰੋਟੀਆਂ ਦੇਣੀਆਂ, 4 ਸਾਗ ਦੇਣਾ, ਮੂਲੀ ਆ, ਔਲਾ ਹੈ, ਮਿਰਚ ਸਿਰਕੇ ਵਾਲੀ ਹੈ, ਅਦਰਕ ਸਿਰਕੇ ਵਾਲਾ, ਗੁੜ ਦੇਣਾ, ਲੱਸੀ ਦੇਣੀ ਹੈ, ਰੁਪਈਆ 100 ਆ। ਅਦਰਕ ਨੂੰ ਬਾਬਾ ਗਾਜਰਾਂ ਕਹੀ ਜਾਂਦੇ ਆ। ਹਾਂ, ਅੱਜ ਪਤੰਦਰ 3 ਨੇ ਕਿਹਾ, ਕਹਿੰਦਾ ਬਾਬਾ ਗਾਜਰ ਦਾ ਚਾਰ ਦੇ। ਮੈਂ ਕਿਹਾ ਸਾਡੇ ਕੋਲੇ ਤਾਂ ਹੈ ਨਹੀਂ, ਘਰੋਂ ਲਿਆਇਆ ਸੀ। ਕਹਿੰਦਾ ਨਹੀਂ ਆਹ ਦੇ, ਇੱਕ ਫੜੀ ਜੀ ਰਹਿ ਗਈ। ਮੈਂ ਕਿਹਾ ਚੋ ਦਿੰਨੇ ਆ ਬਾਈ, ਉਹ ਕਿਉਂਕਿ ਸਿਰਕੇ ਚ ਲਾਲ ਜਾ ਹੋ ਜਾਂਦਾ ਨਾ। ਹੋਰ ਤੂੰ ਆਏ ਰਾਤ ਨੂੰ ਗਾਜਰਾਂ ਹੁੰਦੀਆਂ,
ਹੋਰ ਉਹਨੂੰ ਗਾਜਰਾਂ ਹੀ ਦਿਸਣ। ਉਹ ਕਿਹੜਾ ਕੱਚਾ ਹੁੰਦਾ ਨਾ ਰੇਸੇ ਵਾਲਾ, ਉਹਨੂੰ ਕਹਿੰਦੇ ਆ ਹਾਂ ਵੀ ਗਾਜਰ ਦੀ। ਹਾਂ ਗਾਜਰ ਦੀ। ਹਾਂ ਮੈਂ ਕਿਹਾ ਸਹੁਰੇ ਦੇ ਮੂਲੀ ਨੂੰ ਸਲਗਮ ਨਾ ਕਹਿਣ ਲੱਗ ਜਾਓ ਹਨਾ। ਔਲੇ ਨੂੰ ਕਿਤੇ ਕਿਹਾ ਕਰੋ ਸੇਬ ਦਾ ਮਰਬਾ ਦੀ ਹਨਾ। ਕਿਤੇ ਮਿਰਚ ਨੂੰ ਕਿਹਾ ਕਰੋ ਭਿੰਡੀ ਦੀ। ਉਲਟੀ ਨਾ ਚੱਲ ਪਏ ਕੰਮ। ਮੈਨੂੰ ਤਾਂ ਲੱਗਦਾ ਯਾਰ ਮੇਰੀ ਰੋਟੀ ਨੂੰ ਪਾਪੜ ਦੀ ਹਨਾ, ਦਾਲ ਨੂੰ ਸਾਲਣ ਦੇ। ਯਾਰ ਪਾਕਿਸਤਾਨੀ ਕਹਿੰਦੇ ਨੇ ਸਾਲਣ, ਉਹਨਾਂ ਦੀ ਭਾਸ਼ਾ ਅਲੱਗ ਆ ਆਪਣੀ ਨੂੰ। ਬਾਬਾ ਦੁਖੀ ਕਰਤਾ ਨੇ ਐਪਕੋ ਵਾਲੇ ਜੀ ਨੇ। ਬਿਲਕੁਲ ਯਾਰ ਦਿਮਾਗ ਖਰਾਬ ਕਰਤਾ ਬਿਲਕੁਲ। ਅੱਜ ਇੰਨਾ ਕੁ ਦਿਮਾਗ ਖਰਾਬ ਸੀ, ਇੱਕ ਤਾਂ ਤੁਹਾਨੂੰ ਪਤਾ ਅੱਖਾਂ 'ਚ ਨੀਂਦ ਰੜਕ ਰਹੀ ਹੈ। ਅਸੀਂ ਯਾਰ 3 ਘੰਟੇ ਸੌਂਦੇ, 3 ਘੰਟੇ ਬੁੜੀਆਂ ਨੂੰ ਸੌਣ ਦਿੰਦੇ ਆ। ਇੱਕ ਯਾਰ ਇਹ ਬੰਦੇ ਨੇ ਏਡਾ ਮਨ ਖਰਾਬ ਕਰਿਆ, ਕਹਿੰਦਾ ਕੱਲ ਨੂੰ ਤੁਸੀਂ ਲਾਉਣੇ ਹੀ ਨਹੀਂ, ਗੱਲ ਖਤਮ। ਹੁਣ ਬੁੜੀਆਂ ਕਹਿੰਦੀਆਂ ਲੜਨਾ ਕਾਹਤੋਂ ਆ, ਉਹ ਕਹਿੰਦਾ ਲੜਨਾ ਕਾਹਤੋਂ, ਬੰਦ ਕਰ ਦਿਓ। ਮੈਂ ਕਹਿੰਦਾ ਨਾ ਨਾ। ਉਹ ਕਹਿੰਦੇ ਕੋਈ ਨਾ, ਕਹਿੰਦੇ ਪੈਸੇ ਪੂਏ ਫੜ ਕੇ ਗੱਡੀ ਤਿਆਰ ਕਰਾ ਲਓ, ਫਿਰ ਆਪਦੀ ਗੱਡੀ ਤੇ ਲਾ ਲਿਓ। ਮੈਂ ਕਿਹਾ ਨਹੀਂ, ਗੱਡੀ ਵੀ ਤਿਆਰ ਕਰਾਵਾਂਗੇ, ਇਹੋ ਜਿਹੀ ਗੱਲ ਨਹੀਂ, ਗੱਡੀ ਤਿਆਰ ਕਰਾਉਣੀ ਕਰਾਊਂਗਾ, ਗੱਡੀ ਵੀ ਤਿਆਰ ਕਰਾਊਂਗਾ, ਬਾਬਾ ਸੁੱਖ ਰੱਖੇ। ਮੈਂ ਕਿਹਾ 15-20 ਦਿਨ ਲੱਗ ਗਏ, ਮਹੀਨਾ ਗੱਡੀ ਤਿਆਰ ਕਰਾ ਲਾਂਗੇ। ਬਾਬਾ ਇਹਨਾਂ ਦੀ ਐਫਕੋ ਦੀ 1 ਲੀਟਰ ਨਹੀਂ ਸਪਰੇਅ ਕਰਨੀ। ਬਸ ਮੇਰੀ ਇੱਕ ਬੇਨਤੀ ਹੈ ਵੀ ਜਿਹੜੇ ਵੀ ਪੰਜਾਬ ਦੇ ਬੰਦੇ ਸੁਣਦੇ ਆ, ਆਪਾਂ ਐਫਕੋ ਨਾਂ ਦਾ ਪ੍ਰੋਡਕਟ ਨਹੀਂ ਲੈਣਾ। ਆਪੋ ਆਪਣੇ ਮੈਸੇਜ ਲਾਓ ਯਾਰ ਭਰਾ ਬਣ ਕੇ। ਮੈਂ ਮੋਗੇ ਜਿਹੜੇ ਚ ਤਾਂ ਉਹਦੇ ਨਾਲ ਵਾਅਦਾ ਕਰਤਾ, ਮੈਂ ਕਿਹਾ ਤੁਸੀਂ ਮੋਗੇ ਤੇ ਨਾ ਐਤਕੀ ਲੀਟਰ ਨਹੀਂ ਵਿਕਦਾ। ਮੈਂ ਕਿਹਾ ਪੁੱਤ ਤੁਹਾਡੀ ਸਾਮਤ ਆਊ, ਤੋਂ ਪੁੱਛਣਗੇ ਵੀ ਇਹੋ ਜਿਹਾ ਕੀ ਮੋਗੇ ਚ ਤੁਸੀਂ ਕਰਿਆ ਹੋਇਆ, ਵਿਕਦੀ ਨਹੀਂ ਦਵਾਈ, ਕੀ ਕਰਦੇ ਤੁਸੀਂ ਹੈ। ਇਹਨਾਂ ਨੂੰ ਕੱਢਣ ਇਸ ਢੰਗ ਨਾਲ ਭਰਾ ਬਣ ਕੇ। ਇਹ ਜ਼ਰੂਰ ਕਿਰਪਾ ਕਰਿਓ ਸਾਡੇ ਤੇ, ਸਾਡੇ ਮਗਰ ਲੱਗ ਕੇ ਇਹਨਾਂ ਦਾ ਲੀਟਰ ਨਾ ਲਿਓ ਕੋਈ ਵੀ। ਕੋਈ ਯੂਰੀਆ ਨਹੀਂ, ਕੋਈ ਨਹੀਂ, ਕੋਈ ਡਰੋਨ ਨਾ, ਸਪਰੇ ਨਹੀਂ, ਖਲਾਸ ਬੰਦ ਹੀ ਰੱਖੋ ਕੰਮ। ਸਹੀ ਗੱਲ ਆ। ਮੈਨੂੰ ਬਹੁਤ ਸੋਹਣਾ ਲੱਗੂਗਾ ਜਦੋਂ ਇਹ ਸਾਡੇ ਕੋਲੇ ਆ ਕੇ ਗਲਤੀ ਮੰਨਣ ਬਾਬੇ ਦੀ ਕਿਰਪਾ ਨਾਲ ਵੀ ਸਾਥੋਂ ਗਲਤੀ ਹੋ ਗਈ। ਤੇ ਨਹੀਂ ਜਿਹੜੇ ਹਿਸਾਬ ਨਾਲ ਬੋਲ ਕੇ ਗਿਆ ਨਾ, ਤੂੰ ਆਈ ਖਾਣੀ ਆਈ ਖਾਣੀ, ਉਹ ਮੈਂ ਕਿਹਾ ਅਸੀਂ ਆ ਜਾਣਾ, ਤੁਹਾਨੂੰ ਪਤਾ ਹੀ ਨਹੀਂ ਅਫਸਰ। ਉਹ ਮੈਂ ਕਿਹਾ ਚੱਲ ਡੀਸੀ ਲੱਗ ਗਿਆ ਤੂੰ। ਮੇਰਾ ਲਫੜਾ, ਮੈਂ ਕਿਹਾ ਨੱਚਦਾ ਫਿਰੇਂਗਾ ਇੱਥੇ, ਸਮਝ ਨਹੀਂ ਆਉਣੀ ਪਿੰਡ ਕਿਹੜਾ ਹੈ। ਪੁੱਛੇਗਾ ਕਿ ਇਹਨੂੰ ਮੋਗਾ ਕਿੱਧਰ ਹੈ, ਮੈਂ ਕਿਹਾ ਰਾਹ ਨਹੀਂ ਪਤਾ ਲੱਗਣਾ, ਧੁੰਦਲਾ ਧੁੰਦਲਾ ਦੀ ਸੂ। ਅਸੀਂ ਕਹਿੰਦੇ ਨਹੀਂ ਕੋ ਕਹਿਣਾ, ਨਹੀਂ ਕੋ ਕਹਿਣਾ, ਤੂੰ ਤਾਂ ਪੌੜੀ ਕੱਚ ਲਾਂਗੇ। ਮੈਂ ਕਿਹਾ ਇਹ ਕਹਿੰਦੇ ਯੂਪੀ ਜਾਓ। ਕਹਿੰਦਾ ਯੂਪੀ ਨੂੰ ਹੋ ਜਾ ਸਿੱਧੇ, ਕਹਿੰਦਾ ਸਾਗ ਨਾ ਵੇਚੋ, ਸਾਡੇ ਲਿਆ ਕੇ ਫੈਰ ਮਾਰੋ ਉੱਥੋਂ ਕੱਟਾ ਲਿਆ ਕੇ, ਇਹ ਤਾਂ ਐਂ ਮੰਗਦੇ ਆ ਬਾਈ। ਉਹ ਮੈਂ ਕਹਿੰਦਾ ਬਾਈ ਯਾਰ ਸਿੱਧੇ ਰਾਹ ਪਏ ਆ, ਸਾਗ ਵਾਲੀ ਕੁਰਸੀ ਰਹਿਣ ਦਿਓ ਹੱਥ 'ਚ, ਤੇ ਰੋਟੀਆਂ ਵਾਲਾ ਖੁਰਚਣਾ। ਨਹੀਂ ਉਹ ਤਾਂ ਅੱਗੇ ਵੀ ਸੀਗੇ, ਦੁਬਾਰਾ ਚੱਕ ਲਾਂਗੇ। ਜਿਵੇਂ ਮੈਂ ਅੱਗੇ ਕੱਪੜੇ ਦੀ ਦੁਕਾਨ ਪਾਈ ਸੀ, ਉਦੋਂ ਵੀ ਮਹੂਰਤ ਤੇ ਪੁਲਿਸ ਆ ਗਈ ਸੀ, ਤੇ ਆ ਵੀ ਜਦੋਂ ਕੰਮ ਚੱਲਿਆ ਪੁਲਿਸ ਆ ਗਈ। ਇਸ ਗੱਲੋਂ ਮੈਂ ਪੰਜਾਬ 'ਚ ਕੰਮ ਨਹੀਂ ਕਰਦਾ। ਜਿਹੜਾ ਮੈਂ ਸਮਾਲਸਰ ਢਾਬਾ ਕਰਿਆ ਸੀਗਾ, ਮੈਂ 10-11 ਲੱਖ ਰੁਪਇਆ ਲਾਇਆ ਸੀ ਉੱਤੇ। 3 ਲੱਖ ਰੁਪਇਆ ਉਹਨੂੰ ਗਹਿਣਾ ਦਿੱਤਾ ਸੀ ਬਾਈ। 3 ਲੱਖ 'ਚ 5 ਰੁਪਏ ਨਹੀਂ ਲਏ ਮੈਂ ਯਾਰ। ਅੱਛਾ 5 ਰੁਪਏ ਵੀ ਬਾਈ ਅਗਲੇ ਨੇ ਕਿਰਾਏ 'ਚ ਕੱਟਿਆ, ਉੱਥੋਂ ਵੀ ਪੁਲਿਸ ਭਜਾ ਕੇ ਲੈ ਗਈ ਸੀ ਯਾਰ। ਜਦੋਂ ਇੱਥੇ ਧੰਦਾ ਕਰਦੇ ਆ ਯਾਰ, ਆਏ ਆ ਸਮਾਲਸਰ ਵਾਲਾ ਢਾਬਾ ਕਿੰਨਾ ਵਧੀਆ ਚੱਲ ਪਿਆ ਸੀ, ਉਦੋਂ ਪੁਲਿਸ ਪੈ ਗਈ, ਉਦੋਂ ਫੇਰ ਪੁਲਿਸ ਪੈ ਗਈ। ਠੀਕ ਹੈ, ਗੁਨਾਹ ਮੇਰਾ ਕੀ ਸੀ ਉਦੋਂ। ਬਾਈ ਇੱਕ ਦਾ ਸਿੱਧੂ ਵਾਲਾ ਕੇਸ ਆ ਗਿਆ, ਉਹ ਮੁੰਡੇ ਨੇ ਇੱਕ ਲੋਕੇਸ਼ਨ ਸਮਾਲਸਰ ਆਉਂਦੀ, ਹੁਣ ਜਿਹਦੀ ਸਮਾਲਸਰ ਲੋਕੇਸ਼ਨ ਆਉਂਦੀ ਉਹ ਮੇਰੇ ਕੋਲੇ ਹੋਊਗਾ ਹੈ। ਨੰਬਰ 2 ਤੇ ਮੈਂ ਗਵਾਹੀ ਦਿੱਤੀ ਸਰਸੇ ਵਾਲਿਆਂ ਤੇ, ਜਿਹੜੇ ਮਾਲਕਿਆਂ ਵਾਲੇ ਸੀ। ਮੁੜ ਕੇ ਕਹਿੰਦੇ ਗਵਾਹੀ ਕਰੋ। ਅੱਛਾ ਮੈਂ ਕਿਹਾ ਅਸੀਂ ਦੇ ਦੀ ਗਵਾਹੀ, ਹੁਣ ਨਹੀਂ ਆਪ ਹੀ ਕੱਟਦੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਕੱਟੀ ਗਈ। ਅੱਛਾ ਸਾਨੂੰ ਤਾਂ ਲੋੜ ਹੀ ਨਹੀਂ ਪਈ। ਮੇਰੇ ਨਾਲ ਦਾ ਕਲ ਸੀ ਵਿਚਾਰਾ, ਬਾਹਰ ਮੌਤ ਹੋ ਗਈ ਕੈਨੇਡਾ 'ਚ, ਉਹਦੀ ਅਟੈਕ ਹੋ ਗਿਆ। ਤੇ ਉਹ ਥੋੜਾ ਜਿਹਾ ਪਹਿਲਾਂ ਵਿਚਾਰਾ ਡਾਊਨ ਚੱਲ ਗਿਆ ਸੀ। ਅੱਛਾ ਜਦੋਂ ਪਰਮਾਤਮਾ ਨੇ ਕਿਰਪਾ ਕਰੀ ਤੇ ਸਵਾਸ ਪੂਰੇ ਹੋ ਗਏ। ਮੈਂ ਕਹਿੰਦਾ ਹੁੰਦਾ ਵੇਖੋ, ਬੰਦਾ ਨਾ ਜਗ੍ਹਾ ਨਹੀਂ ਚੱਲ ਕੇ ਆਉਂਦੀ, ਬੰਦੇ ਨੇ ਜਾਣਾ, ਬੰਦਾ ਜਾਂਦਾ ਬਾਬਾ ਹੈ। 10 ਦਿਨਾਂ 'ਚ ਵੀਜ਼ੇ ਲੱਗ ਲੁੱਗ ਕੇ ਸਾਰਾ ਕੁਝ ਹੋ ਕੇ ਟਿਕਟ ਲੈ ਕੇ ਕੈਨੇਡਾ ਬਚਿਆ ਯਾਰ। ਬਸ ਇਹੋ ਜਿਹੀ ਚੰਦਰੀ ਕੈਨੇਡਾ ਖਾ ਗਈ ਯਾਰ। ਕਿੰਨੇ ਮਾਵਾਂ ਦੇ ਪੁੱਤ ਖਾ ਗਈ ਕੈਨੇਡਾ, ਹਨਾ, ਕਿੰਨੇ ਬੱਚਿਆਂ ਦੇ ਬਾਪ ਖਾ ਗਈ ਯਾਰ, ਕਿੰਨੇ ਭੈਣਾਂ ਦੇ ਪਤੀ ਖਾ ਗਈ ਯਾਰ। ਸਹੀ ਗੱਲ ਹੈ, ਸਹੀ ਗੱਲ ਹੈ ਬਾਬਾ। ਯਾਰ ਜੇ ਇੱਥੇ ਰਹਿ ਕੇ ਅਸੀਂ ਧੰਦਾ ਕਰਦੇ ਹਾਂ ਤਾਂ ਆਹ ਰੌਲਾ ਹੈ,
ਹੋਰ ਇੱਥੇ ਕੋਈ ਕਮਾਈ ਦੀ ਘਾਟ ਨਹੀਂ, ਆਹ ਰੌਲਾ ਹੈ। ਆ ਚੱਕਰ ਆ। ਹੁਣ ਮੇਰੇ ਵਰਗੇ ਬੰਦੇ ਨੂੰ ਤਾਂ ਬਾਲਣਾ ਹੀ ਸੌਖਾ ਯਾਰ, ਇਹਨਾਂ ਨੂੰ ਪਤਾ ਨਹੀਂ ਕਿਉਂ ਯਾਰ। ਬਸ ਉਹ ਕਹਿੰਦਾ ਜੀ ਮੈਂ ਨਹੀਂ ਚੋਰੀ ਕੀਤੀ, ਮੇਰਾ ਤਾਂ ਨਾਂ ਲੱਗਦਾ। ਕਹਿੰਦਾ ਪਹਿਲਾਂ ਬਹੁਤ ਕਰੀਆਂ ਪੁੱਤ ਤਾਂ ਲੱਗਦਾ ਹਨਾ। ਹੁਣ ਪਹਿਲਾਂ ਰਿਕਾਰਡ ਆਪਣਾ ਸੀਗਾ ਵੀ ਲੜਾਈ ਪੜਾਈ ਵਾਲਾ ਕਰਕੇ ਉਹੀ ਚੱਕੀ ਫਿਰਦੇ ਆ। ਹੁਣ ਇਹ ਤਾਂ ਵੇਂਦੇ ਨੇ ਏਡੀ ਏਡੀ ਦਾੜੀ ਆ ਗਈ ਇਹਦੇ ਮੂੰਹ ਤੇ, ਸਿਆਣਾ ਹੋ ਗਿਆ ਯਾਰ। ਹੈ ਜੇ ਮੈਂ ਹੁਣ ਚਾਰ ਗੱਲਾਂ ਕਰ ਲੈਣਾ ਹਾਸੇ ਖੇਡੇ ਵਾਲੀਆਂ, ਕਮੇਡੀ ਵਾਲੀਆਂ, ਬਚਪਨਾ ਯਾਦ ਕਰ ਲੈਣਾ ਯਾਰ, ਫਿਰ ਚਾਰ ਭਰਾ ਖੁਸ਼ ਹੁੰਦੇ ਆ। ਬਿਲਕੁਲ ਸਹੀ ਗੱਲ। ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਸੀ, ਕਿਉਂਕਿ ਉਸ ਟਾਈਮ ਕੈਨੇਡਾ ਦੇ ਵਿੱਚ ਇੰਨੀ ਕੁ ਪ੍ਰੋਬਲਮ ਸੀ, ਇੰਨੇ ਕੁ ਭੈਣ ਭਰਾ ਸਾਡੇ ਦੁਖੀ ਸੀ, ਉਦੋਂ ਡਿਪਰੈਸ਼ਨ ਦੇ ਵਿੱਚ ਚਲੇ ਗਏ ਸੀ। ਤਾਂ ਕਰਕੇ ਮੈਂ ਕਮੇਡੀ ਪਾਉਣ ਲੱਗਿਆ ਸੀ ਕਿ ਭੈਣ ਭਰਾ ਹੱਸਣ, ਸਾਡੇ ਖੁਸ਼ ਹੋਣ, ਸਾਥੋਂ ਦੂਰ ਬੈਠੇ ਆ। ਪਰਮਾਤਮਾ ਉਹਨਾਂ ਦੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ, ਉਹਨਾਂ ਨੂੰ ਕਰਮਾਂ ਵਾਲੇ ਹੋਣ, ਲੰਬੀਆਂ ਉਮਰਾਂ ਵਾਲੇ ਹੋਣ, ਉਹਨਾਂ ਕੋਲੇ ਧਨ ਜੁੜੇ ਕਿਵੇਂ ਨਾ ਕਿਵੇਂ ਯਾਰ। ਸਹੀ ਗੱਲ, ਗੱਡੀਆਂ 'ਚ ਰਹਿਣ ਭਰਾਵਾ, ਠੀਕ ਹੈ। ਅਸੀਂ ਬੜੀਆਂ ਸੁੱਖਾਂ ਸੁੱਖਦੇ ਹਾਂ, ਕਿਉਂਕਿ ਸਾਨੂੰ ਪਤਾ ਜਿਹੜੇ ਘਰੋਂ ਬਾਹਰ ਰਹਿੰਦੇ ਆ ਉੱਥੇ ਕਿੰਨਾ ਔਖਾ, ਜੇ ਨਾ ਕੰਮ ਕਰਿਆ ਤਾਂ ਭੁੱਖੇ। ਜਿਵੇਂ ਅੱਜ ਬੰਦਾ ਆਇਆ ਸੀ ਆਪਣੇ ਕੋਲੇ ਪਾਪਾ, ਉਹ ਜਗਰਾਉਂ ਵੱਲ ਦਾ, ਉਹ ਕਹਿੰਦਾ ਢਾਬੇ ਵਾਲੇ ਤਾਂ ਮਰਾਸੀਆਂ ਵਾਲਾ ਕੰਮ ਹੁੰਦਾ ਵੀ ਸਾਰਿਆਂ ਦੀ ਸੁੱਖ ਮੰਗਦੇ ਆ। ਹਾਂ ਉਹ ਕਹਿੰਦਾ ਗੁਸਰਿਆਂ ਵਾਲਾ ਕੰਮ ਆ, ਵਧਾਈ ਲੈਣੀ ਹੈ ਹਨਾ, ਇਹੀ ਕੰਮ ਕਹਿੰਦਾ ਢਾਬੇ ਵਾਲਿਆਂ ਦਾ, ਕਹਿੰਦਾ ਸਭ ਦੀ ਸੁੱਖ ਮੰਗਣੀ ਹੈ ਬਈ। ਉਹ ਵੀ ਬੰਦੇ ਸਪੈਸ਼ਲ ਦੇਖਣ ਆਏ ਆ, ਘਰੇ ਤਿਆਰ ਕਰਤਾ ਸਾਗ ਵਾਲਾ ਜੁਗਾੜ ਉਹਨਾਂ ਨੇ, ਉਹਨਾਂ ਨੇ ਵੀ ਕਰਤਾ, ਦੇਖਣ ਆਏ ਆ, ਪਹਿਲਾਂ ਦੇਖ ਰਹਿ ਲੈਣ ਆਏ ਵੀ ਕਿਵੇਂ ਕਰਨਾ ਹੈ, ਕਿਵੇਂ ਕਰਨਾ, ਗਰਮ ਕਰਨਾ। ਪਹਿਲਾਂ ਉਹਨਾਂ ਨੇ ਢਾਬਾ ਵੀ ਲਿਆ ਉੱਥੇ, ਪਰ ਨਹੀਂ, ਉਹ ਕਹਿੰਦਾ ਢਾਬਾ ਨਹੀਂ, ਹੁਣ ਆਹ ਲਾਉਣਾ। ਗੱਡੀ ਹੈਗੀ ਆਪਣੇ ਕੋਲੇ ਬਾਈ, 3 ਜਾਣੇ ਰਲੇ ਵੀ ਆ, ਕਮਾਈ ਵੀ ਸੀ, ਇੱਕ ਨਾਈ ਇੱਕ ਜੱਟ, ਤਰਵੈਣੀ ਬਣ ਗਈ। ਮੈਂ ਕਿਹਾ ਧੱਕੀ ਫਿਰੋ ਹੈ। ਉਹ ਕਹਿੰਦਾ ਬਈ ਆਪਣਾ ਚੰਗੇ ਘਰੋਂ ਹੈਗਾ। ਮੈਂ ਕਹਿੰਦਾ ਐ ਨੀ ਕੋਈ ਗੱਲ, ਬੱਚੇ ਬਾਹਰ ਆ, ਭਰਾ ਬਾਹਰ ਆ। ਮੈਂ ਕਿਹਾ ਫਿਰ ਗੱਡ ਦਿਓ ਝੰਡੇ ਸਿੰਘਾ, ਮੈਂ ਕਿਹਾ ਫਿਰ ਪਾਓ ਡੰਡਾ ਝੰਡੇ 'ਚ। ਮੈਂ ਕਿਹਾ ਖੜ ਜਾਓ ਸੜਕ ਤੇ। ਬਰਨਾਲੇ ਵਾਲੇ ਨੇ ਤਾਂ ਵੇਖਣਾ ਮਿੰਟ ਮਾਰਿਆ, ਬਰਨਾਲੇ ਵਾਲੇ ਨੇ ਮਿੰਟ 'ਚ ਕਰਤਾ, ਬਰਨਾਲੇ ਚਾਲੂ ਹੋ ਗਿਆ। ਠੀਕ ਹੈ, ਥੋੜੇ ਦਿਨਾਂ ਨੂੰ ਕੋਟ ਚਾਲੂ ਹੋ ਜਾਊਗਾ। ਕੋਈ ਹੁਸ਼ਿਆਰਪੁਰ ਵਾਲੇ ਇੱਕ ਵਿਚਾਰਿਆਂ ਨੇ ਸਬਜ਼ੀ ਦਾ ਚਾਲੂ ਕਰ ਲਿਆ। ਐ ਚਿੰਬੜੋ ਕੰਮਾਂ ਨੂੰ ਯਾਰ। ਜਦੋਂ ਆਪਾਂ ਸਾਰੇ ਸੜਕਾਂ ਤੇ ਆ ਗਏ, ਕਿਹਨੂੰ ਰੋਕਣਗੇ। ਚਲ ਸਾਡਾ ਤਾਂ ਭੁੰਡੀ ਜੀ ਕਰਕੇ ਰੌਲਾ ਪੈਂਦਾ, ਤੁਸੀਂ ਤਾਂ ਹੁਣ ਆਪੋ ਆਪਣੇ ਸਾਧਨਾਂ ਤੇ ਲਾਉਣਾ। ਪ੍ਰਮਾਤਮਾ ਕਰੇ ਚਲੋ ਸਭ ਨੂੰ ਸਾਧਨ ਦੇਵੇ ਛੋਟਾ ਮੋਟਾ, ਨਹੀਂ ਤਾਂ ਜੇ ਉਹੋ ਜਿਹਾ ਕੰਮ ਲਾਉਣਾ ਤਾਂ ਆਪਾਂ ਮੋਟਰਸਾਈਕਲ ਮਗਰ ਰੇੜਾ ਪਾ ਕੇ ਵੀ ਲਾ ਸਕਦੇ ਹਾਂ। ਕੋਈ ਮਾੜੀ ਗੱਲ ਨਹੀਂ ਯਾਰ, ਦੱਬ ਕੇ ਕਰੋ। ਇਹ ਤਾਂ ਬਾਬਾ ਐਵੇਂ ਨਜਾਇਜ਼ ਹੀ ਨਾ ਕਰੀ ਜਾਂਦਾ। ਭੁੰਡੀ ਦਾ ਕੀ ਚੱਕਰ, ਆਪਾਂ ਇੱਥੋਂ ਲਿਜਾ ਕੇ ਉੱਥੇ ਖੜਿਆਈ ਦਿੰਨੇ ਆ, ਕਿਹੜਾ ਭੱਜੀ ਫਿਰਦੀ ਉੱਥੇ ਕਿਹੜਾ ਇਹਦੇ ਮਗਰ ਹਲ ਪਾਉਣੇ ਯਾਰ। 7 ਕਿਲੋਮੀਟਰ ਤੇ ਆ ਕੇ ਸਾਈਡ ਤੇ ਲਾ ਦਿੰਨੇ ਆ, ਸ਼ਾਮ ਨੂੰ ਲੈ ਕੇ ਉਹਨੂੰ ਘਰੇ ਆ ਜਾਂਦੇ ਆ। ਸਵੇਰੇ ਦਾ ਹੁਣ ਟਾਈਮ ਨਹੀਂ, ਪਤਾ ਨਹੀਂ ਕਿਹੜੀ ਗੱਲੋਂ ਆਫਰਿਆ ਫਿਰਦਾ। ਕਿਤੇ ਕਿਸੇ ਨੂੰ ਲਿਆਉਂਦਾ, ਕਿਤੇ ਕਿਸੇ ਨੂੰ ਭੇਜਦਾ, ਕਿਤੇ ਰੋਡ ਵਾਲਿਆਂ ਨੂੰ ਭੇਜਦਾ, ਕਿਤੇ ਐਕਸੀਡੈਂਟ ਹੋ ਜੂ, ਇੱਥੇ ਫਲਾਨਾ ਹੋ ਜੂ। ਜਦੋਂ ਨਾ ਗੱਲ ਚੱਲੀ ਫਿਰ ਆਪ ਤੋਂ ਵੱਡੇ ਨੂੰ ਲਿਆਇਆ, ਅੱਜ ਵੱਡੇ ਨੂੰ ਲਿਆਇਆ। ਉਹ ਮੈਂ ਕਹਿੰਦਾ ਭੱਲੇ ਵਾਲੀ ਗੱਲ ਆ ਭਰਾਵਾ, ਸਲੂਟ ਵਾਲੀ ਐ। ਮੈਂ ਕਿਹਾ ਅਸੀਂ ਨੀ ਮੰਨਣਾ, ਡਿੱਗਣਾ ਖੂਹ 'ਚ ਤੂੰ ਹੀ ਆ। ਉਹ ਕਹਿੰਦਾ ਨਾ ਜਿਵੇਂ ਉਹਨਾਂ ਦਾ ਫੌਜ ਵਾਲਿਆਂ ਦਾ ਕੋਈ ਬੰਦਾ ਡਿੱਗ ਪਿਆ ਖੂਹ 'ਚ, ਤੇ ਉਹ ਕੱਢਣ ਲੱਗੇ। ਜਦੋਂ ਉਹਨਾਂ ਨੂੰ ਪਤਾ ਲੱਗਾ ਰੱਸਾ ਸਿੱਟ ਤਾਂ ਖਿੱਚੀ ਗਏ। ਕਹਿੰਦਾ ਜਦੋਂ ਉਹਨੇ ਤਾਂ ਝਾਕਿਆ, ਅਫਸਰ ਖਿੱਚੀ ਜਾਂਦਾ ਸੀ, ਉਹਨੇ ਰੱਸਾ ਛੱਡ ਕੇ ਸਲੂਟ ਮਾਰਤਾ। ਉਹ ਕਹਿੰਦੇ ਗਲਤ ਗੱਲ ਆ, ਕਹਿੰਦੇ ਯਾਰ ਇਹ ਤੋਂ ਵੱਡਾ ਅਫਸਰ ਲਿਆਓ ਹਨਾ, ਵੀ ਇਹ ਸਲੂਟ ਮਾਰ ਦਿੰਦਾ, ਇਹ ਤੋਂ ਛੋਟਾ ਲਿਆਈਏ। ਉਹ ਕਹਿੰਦੇ ਹਾਂ, ਉਹਨਾਂ ਨੇ ਛੋਟਾ ਲਿਆਂਦਾ। ਖਿੱਚੀ ਗਏ ਜਦੋਂ ਤਾਂ ਝਾਕਿਆ, ਤਾਂ ਵਾਲੇ ਨੇ ਰੱਸਾ ਛੱਡ ਕੇ ਸਲੂਟ ਮਾਰਤਾ। ਹਿਸਾਬ ਹੈ ਯਾਰ, ਕਿਉਂਕਿ ਸਲੂਟ ਬਹੁਤ ਜ਼ਰੂਰੀ ਹੈ ਨਾ ਉੱਥੇ। ਮੈਂ ਉਹਨੂੰ ਆਖਿਆ ਨਾ ਇੱਕ ਨੂੰ, ਮੈਂ ਕਿਹਾ ਯਾਰ ਐਂ ਕਹਿੰਦੇ ਹੁੰਦੇ, ਕਹਾਵਤ ਜੀ ਬਣੀ ਹੈ। ਉਹ ਕਹਿੰਦਾ ਬਾਬਾ ਡਰਾਈਵਰਾਂ ਵਾਸਤੇ ਬਣੀ ਆ ਓਏ ਫੌਜ 'ਚ। ਕਹਿੰਦਾ ਮੈਂ ਛੱਡ ਕੇ ਆਇਆ ਬਾਬਾ। ਕਹਿੰਦਾ ਦਿਮਾਗ ਅੱਧਾ ਕੰਮ ਕਰਨ ਲੱਗ ਗਿਆ ਸੀ। ਮੈਂ ਕਿਹਾ ਕਿਉਂ? ਕਹਿੰਦਾ ਬਾਬਾ ਮੈਂ ਸਾਹਿਬ ਨਾਲ ਸੀ ਯਾਰ। ਕਹਿੰਦਾ ਸਾਹਿਬ ਅੰਦਰੋਂ ਨਿਕਲਿਆ, ਧਾੜ ਦੇਣੇ ਸਲੂਟ। ਸਾਹਿਬ ਦੀ ਬਾਰੀ ਖੋਲੀ, ਧਾੜ ਦੇਣੇ ਸਲੂਟ। ਸਾਹਿਬ ਵਿੱਚ ਬੈਠ ਕੇ ਬਾਰੀ ਬੰਦ ਕਰੀ, ਧਾੜ ਦੇਣੇ ਸਲੂਟ। ਫੇਰ ਤੁਰਨਾ, ਜਿੱਥੇ ਉਤਰਿਆ ਸਾਹਿਬ ਫੇਰ ਧਾੜ ਦੇਣੇ ਸਲੂਟ। ਸਾਲਾ ਕਹਿੰਦਾ ਦਿਮਾਗ ਸੁੱਜ ਗਿਆ। ਕਹਿੰਦਾ ਮੈਂ ਘਰਦਿਆਂ ਨੂੰ ਕਹਿੰਦਾ, ਮੈਂ ਕਿਹਾ ਮੇਰੀ ਰਫਲ ਤਾਂ ਇਹਨਾਂ ਨੇ ਮੈਨੂੰ ਦਿੱਤੀ ਨੀ, ਤੇ ਦਿਮਾਗ ਵੀ ਕਿਹਾ ਮੇਰਾ, ਮੈਂ ਤਾਂ ਖਾਲੀ ਆ। ਵੇਖ ਲੋ ਕੱਲੀ ਪੈਨਸ਼ਨ ਹੀ ਆਊ। ਉਹ ਕਹਿੰਦੇ ਤੂੰ ਮੁੜਿਆ, ਉਹਨਾਂ ਨੇ ਲਿਵੀਆ ਭੇਜਤਾ। ਉੱਤੇ ਜਾ ਵੜਾ ਤਾਰੀ ਉਹਨਾਂ ਕੋਲੇ ਚੱਲ।
ਮੈਂ ਕਿਹਾ ਇੱਥੇ ਆ ਜਾ, ਤੋੜ ਲਾ, ਡਾਲਰ ਲੱਗਿਆ ਦਰਖਤਾਂ ਨੂੰ, ਦਿਨਾਰ ਤੋੜ ਦੋ ਭਾਈ। ਉੱਥੇ ਵੀ ਭੁੱਖ ਨੰਗ ਨਾ ਉੱਤੇ ਵੱਜਦੇ ਫਿਰਦੇ ਸੀ ਇੱਕ ਦੂਜੇ ਚ। ਕੋਈ ਹੈਗਾ ਕੋਈ ਡੰਡੇ ਤੇ ਤੁਰਦਾ, ਅੱਧੇ ਪੋਲਗੇ ਵਾਲੇ ਤੁਰੇ ਫਿਰਦੇ ਸੀ ਉੱਥੇ ਯਾਰ। ਕੰਮ ਦਾ ਕੋਈ ਨਹੀਂ, ਕੰਮ ਮੈਂ ਜੇ ਰਾਜਸਥਾਨ ਚ ਚਲਾ ਸਕਦਾ, ਇੱਥੇ ਤਾਂ ਚਲਾਉਣਾ ਬਹੁਤ ਸੌਖਾ ਹੈ, ਕਿਉਂਕਿ ਤੁਹਾਡੀ ਭਰਾਵਾਂ ਦੀ ਕਿਰਪਾ ਹੈ, ਜਾਣ ਪਛਾਣ ਹੈ। ਸਹੀ ਗੱਲ, ਤੁਸੀਂ ਨਾਂ ਬਣਾ ਕੇ ਦਿੱਤਾ ਮੈਨੂੰ, ਠੀਕ ਹੈ। ਤੁਸੀਂ ਲੋਕ ਮੇਰੇ ਕੋਲੇ ਭੱਜ ਕੇ ਆਉਨੇ ਹੋ, ਇਹ ਨਹੀਂ ਗੱਲ ਹੈਗੀ ਦੂਰੋਂ ਦੂਰੋਂ ਆਉਨੇ ਆ। ਪਰ ਰੌਲਾ ਤਾਂ ਆ ਹੈ, ਜਦੋਂ ਕੰਮ ਚੱਲਦਾ ਤੇ ਉਦੋਂ ਕੰਮ 'ਚ ਕੜਮ ਪਾਉਣ ਵਾਲੇ। ਕਾਂਗਿਆਰੀ ਆ ਜਾਂਦੀ ਹੈ। ਹੁਣ ਉਹ 11 ਲੱਖ ਨੇ ਮੈਨੂੰ ਡਾਊਨ ਸਿੱਟਤਾ, 7-8 ਲੱਖ ਢਾਬੇ ਤੇ ਲਾਤਾ, 3 ਲੱਖ ਗਹਿਣਾ ਦੇਤਾ ਉਹਨੂੰ। ਫਿਰ ਅਗਲੇ ਨੇ ਬਈ 40,000 ਮਹੀਨਾ ਕਰਾਇਆ ਸੀ, ਅਗਲਾ ਕਹਿੰਦਾ ਚਲਾ ਨਾ ਚਲਾ, ਮੈਂ ਤਾਂ 40 ਲੈਣਾ, ਲੈ ਲਾ ਭਰਾਵਾ। ਅੱਧੇ ਭਾਂਡੇ ਰਹਿ ਗਏ, ਸਾਰਾ ਕੁਝ ਉੱਥੇ ਰਹਿ ਗਿਆ। ਏਸੀ ਬਦਲਾਇਆ, ਏਸੀ ਸੜ ਗਿਆ ਸੀ, ਏਸੀ ਨਵਾਂ ਲਵਾ ਕੇ ਦਿੱਤਾ ਬਾਬਾ, ਉਹ ਵੀ ਉੱਥੇ ਰਹਿ ਗਿਆ। ਸਾਰਾ ਕੁਝ ਯਾਰ, ਅਸੀਂ ਤਾਂ ਕੁਛ ਨਹੀਂ, ਆਨੰਦ ਹੀ ਨਹੀਂ ਲਿਆ ਏਸੀ ਉਸੀ ਦਾ। ਫਿਰ ਯਾਰ ਮਨ ਤਾਂ ਦੁਖੀ ਹੁੰਦਾ ਯਾਰ। ਬਿਲਕੁਲ ਸਹੀ ਗੱਲ ਆ। ਜੇ ਮੈਂ ਰਾਜਸਥਾਨ ਜਾਣਾ, ਉੱਥੇ ਮਗਰ ਜਾ ਵੜਦੇ, ਹਾਂ ਬਈ ਤੂੰ ਡੋਡੇ ਵੇਚਦਾ, ਜਿਵੇਂ ਮੈਂ ਇਕੱਲਾ ਹੀ ਹੁੰਦਾ। ਯਾਰ ਰਾਜਸਥਾਨ ਤਾਂ ਸਾਰਾ ਹੀ ਡੋਡੇ ਵੇਚਦਾ ਹੈ। ਜੋਧਪੁਰ ਜ਼ਿਲ੍ਹਾ, ਪਾਲੀ ਜ਼ਿਲ੍ਹਾ, ਸਭ ਡੋਡੇ ਵਾਲੀ ਹੈ ਯਾਰ। ਉਧਰ ਸਰੋਈ ਲਾ ਲਓ, ਚਿਤੌੜਗੜ੍ਹ ਲਾ ਲਓ, ਨੀਮ ਚ ਲਾ ਲਓ, ਅਜਮੇਰ ਲਾ ਲਓ, ਸਭ ਡੋਡਿਆਂ ਵਾਲਾ ਏਰੀਆ ਯਾਰ। ਯਾਰ ਪੰਜਾਬੀ ਦੇ ਮਗਰ ਹੀ ਪੈ ਜਾਂਦੇ ਭੈਣ ਚੋ, ਮੈਨੂੰ ਸਮਝ ਨਹੀਂ। ਆਪਣੀਆਂ ਲੱਤਾਂ ਕਹਿੰਦਾ, ਉਹ ਨਹੀਂ ਕੁਛ ਕਹਿੰਦੇ। ਉਧਰ ਦਾ ਮਹੀਨੇ ਚੱਲਦੇ ਬਾਬਾ। ਅੱਛਾ, ਉਹ ਨਹੀਂ ਕੁਛ ਕਹਿੰਦੇ, ਉੱਥੋਂ ਦੀ ਪੁਲਿਸ ਨਹੀਂ ਕਹਿੰਦੀ। ਆਪਣੇ ਵਾਲੇ ਜਾ ਕੇ ਲੱਤਾਂ ਖਿੱਚਦੇ ਵੀ ਪੰਜਾਬੀ ਆ, ਖਿੱਚੋ ਇਹਦਾ ਘਰ ਪਤਾ ਆਪਾਂ ਨੂੰ ਕਿੱਥੇ ਆ। ਅੱਛਾ, ਤਾਂ ਉੱਥੋਂ ਕੰਮ ਛੱਡੇ ਆ। ਇਹ ਕੀ ਚੱਕਰ ਇਹਨਾਂ ਦੇ ਦਿਮਾਗ ਨਾ ਯਾਰ, ਉੱਥੇ ਕਰਨ ਦਿੰਦੇ ਨਾ ਇੱਥੇ ਕਰਨ ਦਿੰਦੇ ਯਾਰ। ਕਰੀਏ ਤਾਂ ਕੀ ਕਰੀਏ ਯਾਰ। ਬਸ ਇਹੀ ਕੋਈ ਰਾਹ ਉਹ ਲੜਾਈ ਵਾਲਾ। ਉਹ ਹੁਣ ਚੁਣਨਾ ਨਹੀਂ ਚਾਹੁੰਦੇ ਯਾਰ, ਬੱਚੇ ਬਰਾਬਰ ਦੇ ਹੋ ਗਏ। ਮਾਨ ਕਹਿੰਦਾ ਮੈਂ ਆ ਜਾਂਦਾ ਕੱਲ ਨੂੰ। ਨਹੀਂ, ਮਾਨ ਤੋਂ ਵੀਡੀਓ ਪਾਉਣੀ ਹੈ ਐਫਕੋ ਦੀ ਬਈ, ਇਹਦਾ ਕੋਈ ਲੀਟਰ ਨਾ ਖਰੀਦੇ ਬਾਈ। ਕਿਉਂਕਿ ਹੁਣ ਰਸਤਾ ਇੱਕ ਬਚਿਆ, ਕੋਈ ਦੋ ਰਹਿ ਨਹੀਂ। ਜੇ ਐ ਨੂੰ ਮੁੜਦੇ ਆ ਢਾਬਿਆਂ ਤੇ ਜਾਂਦਾ, ਜੇ ਐ ਨੂੰ ਮੁੜਦੇ ਆ ਯੂਪੀ ਨੂੰ ਜਾਂਦਾ, ਜੇ ਸਿੱਧਾ ਲੰਘਦੇ ਜੇਲ੍ਹ ਜਾਂਦਾ। ਠੀਕ ਹੈ, ਹੁਣ ਫਿਰ ਸਿੱਧੇ ਹੀ ਲੰਘਾਂਗੇ। ਜੇ ਹੁਣ ਇਹ ਨਾ ਚੱਲਿਆ, ਹੁਣ ਕੰਮ ਲਾਸਟ ਹੈ ਤੇ ਨਹੀਂ, ਫਿਰ ਹੁਣ ਫਿਰ ਪਹਿਲਾਂ ਵਾਲੇ ਕੰਮ ਆ, ਫਿਰ ਸਿੱਧੇ ਹੀ ਲੰਘਾਂਗੇ। ਫਿਰ ਆਪਦੇ ਬੱਚਿਆਂ ਨੂੰ ਯਾਦ ਕਰਾਂਗੇ, ਸੁਖਪ੍ਰੀਤ ਵਰਗਿਆਂ ਨੂੰ ਭਾਈ, ਗੁੱਡੇ ਵਰਗਿਆਂ ਨੂੰ ਭਾਈ, ਬੱਚੇ ਆ ਸਾਡੇ ਤੁਸੀਂ। ਚਲੋ ਭਾਈ, ਕਿੱਥੇ ਕਿੱਥੇ ਬੈਠੇ ਆ, ਸਾਨੂੰ ਵੀ ਸੱਦੋ, ਫਿਰ ਸਰਪੰਚ ਬਣ ਜਾਗੇ। ਆਪਾਂ ਕੀ ਲੈਣ ਜਾਣਾ, ਆਪਣੇ ਤਾਂ ਹੱਥ ਜ਼ਿਆਦਾ ਰੱਖੋ। ਆਪਾਂ ਤਾਂ ਜਦੋਂ ਕਦਮ ਚੱਕਿਆ ਉਧਰਲੇ ਪਾਸੇ, ਉਦੋਂ ਹੀ ਰਾਜੀ ਆ ਬਾਈ। ਪਰ ਮੈਂ ਅੱਗੇ ਵੀ ਕਿਹਾ ਸੀ, ਤੂਰ ਸਾਹਿਬ SSP ਸਾਡੇ, ਉਦੋਂ ਵੀ ਮੈਂ ਇਹੀ ਗੱਲ ਕਹੀ ਸੀ। ਮੈਂ ਕਿਹਾ ਜੀ ਆਹ ਕੰਮ ਤਾਂ ਅਜੇ ਮੈਂ ਸਿੱਖਣਾ ਗਾ, ਜਿਹੜੇ ਕੰਮ ਜੇ ਲੈਣ ਆਏ ਉਹ ਤਾਂ ਮੈਂ ਸਿੱਖਿਆ ਵਈ ਆ, ਅਸਲੇ ਹੀ ਲੈ ਕੇ ਆਉਣੇ ਆ, ਸ਼ੁਰੂ ਕਰ ਦਿੰਨੇ ਆਪਾਂ। ਨਹੀਂ ਉਹ ਕਹਿੰਦਾ ਕੰਮ ਕਰ, ਕਿਉਂਕਿ ਤੂਰ ਸਾਹਿਬ ਬਹੁਤ ਵਧੀਆ ਬੰਦਾ ਹੈ। ਉਹ ਕਹਿੰਦਾ ਕੰਮ ਕਰ, ਮੈਂ ਬੈਠਾ ਜੇ ਤੈਨੂੰ ਕੋਈ ਤੰਗ ਕਰੂ। ਉਦੋਂ ਵੀ ਬਾਬਾ ਆਹੀ ਹਾਲ ਸੀ। ਕਿਤੋਂ ਦਾ ਚੱਲਿਆ ਪੁਲਿਸ ਵਾਲਾ, ਚੱਲ ਰੋਟੀ ਤਾਰੀ ਦੇ ਢਾਬੇ ਤੇ। ਕਿਤੋਂ ਦਾ ਚੱਲਿਆ ਮੇਰੇ ਢਾਬੇ ਤੇ ਲਿਆ ਕੇ ਮਾਰ ਕੇ ਬ੍ਰੇਕ, ਹਾਂ ਬਈ ਟੈਂਕੀ ਫੁੱਲ ਕਰਾ ਲੈ। ਮੈਂ ਸਾਰਿਆਂ ਦੇ ਨਾਂ ਦੇ ਤੂਰ ਦਾ, ਇੱਕ ਫਰੀਦਕੋਟੋਂ ਟੈਂਕੀ ਫੁੱਲ ਕਰਾਇਆ ਕਰੀ ਆ ਕੇ ਲੈ। ਅੱਛਾ, ਉੱਥੇ SSP ਨੂੰ ਲਾ ਲਿਆ ਫੋਨ, ਕਹਿੰਦਾ ਇੰਨੇ ਨੰਬਰ ਆ ਨਾਂ ਦਾ ਬੰਦਾ, ਕਹਿੰਦੇ ਹੈਗਾ ਸਾਡਾ ਸਿਪਾਹੀ ਆ, ਘਰ ਥਾਣੇਦਾਰ ਸੀ। ਉਹ ਕਹਿੰਦਾ ਦੱਸੋ, ਕਹਿੰਦਾ ਸਾਡੇ ਏਰੀਏ ਚ ਟੈਂਕੀ ਭਰਾ ਕੇ ਲੈ ਜਾਂਦਾ ਢਾਬੇ ਤੋਂ ਯਾਰ, ਧੱਕੇ ਨਾ ਇਹ। ਅੱਛਾ, ਇਹਦਾ ਕੀ ਹੱਕ ਹੈ? ਮੈਨੂੰ ਕਹਿੰਦਾ ਕੁਛ ਖਰੀਦਦਾ, ਕੁਛ ਵੇਚਦਾ, ਪੁਲਿਸ ਨਹੀਂ ਵੜਨੀ ਚਾਹੀਦੀ ਤੇਰੇ ਢਾਬੇ ਤੇ, ਮੈਂ ਬੈਠਾ। ਮੈਂ ਕਿਹਾ ਠੀਕ ਆ, ਕਿਉਂਕਿ ਅਫਸਰ ਚੰਗੇ ਆ ਤਾਂ ਉਹ ਬੰਦੇ ਨੂੰ ਰਾਹ ਪਾ ਦਿੰਦੇ ਆ। ਜੇ ਅੱਗੋਂ ਅਫਸਰ ਵੀ ਉਹੋ ਜਿਹਾ ਟੱਕਰ ਗਿਆ, ਬੰਦਾ ਰਸਤਾ ਭਟਕ ਜੂ। ਜੇ ਭਟਕ ਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਯਾਰ ਕੀ ਕੁਛ ਹੋਣਾ ਇੱਥੇ, ਹਨਾ। ਫਿਰ ਤਾਂ ਕਿਸੇ ਨੇ ਵੜਨਾ ਵੀ ਨਹੀਂ ਘਰੇ, ਆਉਣਾ ਵੀ ਨਹੀਂ ਘਰੇ, ਫਿਰ ਕਿਸੇ ਨੇ ਲਾਂਭਾ ਵੀ ਨਹੀਂ ਦੇਣਾ ਆਪਾਂ ਨੂੰ। ਕਿਉਂਕਿ ਅਗਲਾ ਕਹਿੰਦਾ ਵੀ ਹੁਣ ਉਹੋ ਜਿਹਾ ਹੋ ਗਿਆ, ਛੱਡੋ ਖੜੇ ਤੇ ਘਰੇ ਕੀ ਲੈਣ ਜਾਣਾ। ਜਦੋਂ ਬੰਦਾ ਸ਼ਰੀਫ ਹੋ ਜਾਂਦਾ, ਉਦੋਂ ਹੀ ਪੁਲਿਸ ਜਾਣ ਲੱਗਦੀ ਆ। ਬਿਲਕੁਲ ਸਹੀ ਗੱਲ। ਜਦੋਂ ਬੰਦਾ ਵਿਗੜ ਜਾਂਦਾ, ਉਦੋਂ ਬਾਅਦ ਪੁਲਿਸ ਵੀ ਨਹੀਂ ਜਾਂਦੀ। ਵੀ ਪਤਾ ਇਹਨੂੰ ਤਾਂ ਮਹੀਨੇ ਬਾਅਦ ਆ ਹੀ ਜਾਣਾ, ਡਿੱਕੇ ਪੈਸੇ ਲੈ ਹੀ ਲੈਣੇ ਆ, ਬਣ ਹੀ ਜਾਣੇ ਆ।
ਪਰ ਇਹ ਨਾ ਪੰਜਾਂ ਚ ਨਾ 13 ਚ ਨਾ ਗੀਰਾਂ ਚ ਨਾ ਨਿਊਟਰਲ ਨਾ ਸਪੇਰਾਂ ਚ ਉਹੀ ਤੁਰਿਆ ਫਿਰਦਾ ਵੱਜਦਾ ਵਿੱਚ ਯਾਰ। ਐ ਨਹੀਂ ਕਰਨਾ ਚਾਹੀਦਾ। ਆਪਾਂ ਤਾਂ ਕੁਝ ਕਹਿੰਦੇ ਵੀ ਨਹੀਂ ਬਾਬਾ, ਆਪਾਂ ਨੂੰ ਕਾਹਤੋਂ ਤੰਗ ਕਰੀ ਜਾਂਦੇ ਯਾਰ। ਸਮਝੋ ਬਾਹਰ ਆ ਯਾਰ। ਹੈ ਕੱਲ ਨੂੰ ਸਾਰੇ ਭਰਾ ਅੱਜ ਧਿਆਨ ਰੱਖਿਓ, ਅੱਜ ਅਸੀਂ ਲਾਉਣੀ ਆ, ਅੱਜ ਚੱਲੇ ਆ। ਬਸ ਅਸੀਂ ਮੰਨ ਲਓ 12 ਵਜੇ ਤੁਰ ਪੈਣਾ, ਪਹਿਲਾਂ ਲਾਵਾਂਗੇ। ਲਿਆ ਭਾਈ ਜਿਹੜੇ ਬੰਦੇ ਨੇ ਉਹਨਾਂ ਅੱਜ ਵੀ 2 ਗੱਡੀਆਂ ਲੈ ਕੇ ਆਏ ਸੀ, ਨਾਲ ਬੰਦੇ ਲੈ ਕੇ ਆਇਆ ਸੀ। ਓਹੋ ਹਾਂ ਅੱਛਾ। ਪਰ ਸਾਡੇ ਕੋਲੇ ਬੰਦੇ ਬਾਹਲੇ ਸੀ ਰੋਟੀ ਖਾਣ ਵਾਲੇ। ਇੱਕ ਮੇਰੇ ਤਾਏ ਦਾ ਮੁੰਡਾ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੁਣ ਸਾਡੇ ਵਾਲਾ ਗੁੱਸੇ ਤੋਂ, ਉਹ ਆ ਗਿਆ। ਉਹ ਆ ਗਿਆ ਕਰਕੇ ਫਿਰ ਚੱਲ ਐਂ ਹੋ ਗਿਆ। ਮੈਂ ਕਿਹਾ ਬੰਦੇ ਆਪਦੇ ਵੀ ਆ ਗਏ ਆ ਹਨਾ, ਦੇਖੋ ਗਿਆਨੀ ਹੁਣੀ ਆ ਗਏ। ਪਰ ਕਿੱਥੇ ਟਰੱਕਾਂ ਵਾਲਿਆਂ ਨੇ ਵੀ ਕੁਰਸੀਆਂ ਚੱਕ ਲਈਆਂ ਜੀ। ਉਹ ਕਹਿੰਦੇ ਬਾਬਾ ਚੱਲ ਰਾਜਸਥਾਨ ਵਾਲਾ ਕੰਮ ਚਲਾਈਏ। ਮੈਂ ਕਿਹਾ ਨਹੀਂ ਯਾਰ, ਇਹਨਾਂ ਦੀ ਪੱਗਾਂ, ਮੈਂ ਕਿਹਾ ਪੱਗ ਨਹੀਂ ਨਾ ਲਾ ਸਕਦੇ ਆਪਾਂ, ਨਹੀਂ ਤੇ ਇਹਨੂੰ ਦੱਸ ਦਿੰਦੇ। ਮੈਂ ਕਿਹਾ ਆਪਾਂ ਨੂੰ ਹੱਥ ਲਾਉਣ ਦੇ, ਇਹਨੂੰ ਫੇਰ ਕਰਾਂਗੇ। ਪਰ ਉਹਨੇ ਮੂੰਹ ਨਾਲ ਬਹੁਤ ਬਕਵਾਸ ਕੀਤੀ ਯਾਰ, ਬਾਹਲਾ ਆਕੜਿਆ ਵਾ ਸੀਗਾ ਬਾਬਾ। ਅਸੀਂ ਨਹੀਂ ਜਵਾਬ ਦਿੱਤਾ ਉਹਨੂੰ ਕੋਈ। ਤੇ ਤੁਸੀਂ ਵੀ ਸਾਰੇ ਭਰਾ ਸੁਰਿੰਦਰ ਤੇ ਸੁਖਵਿੰਦਰ ਨਾਂ ਉਹਨਾਂ ਦਾ ਲਾਂਭਤਾਂ ਪਾਓ। ਮੈਂ ਨੰਬਰ ਵੀ ਉਹਨਾਂ ਦਾ ਲੈ ਕੇ ਕੱਲ ਨੂੰ ਪਾਉਣਾ ਹੈ। ਪਾ ਦੇ ਨੰਬਰ ਵੀ ਬਾਬਾ। ਠੀਕ ਹੈ, ਜੇ ਨੰਬਰ ਹੈਗਾ ਤਾਂ ਬੋਲ ਯਾਰ ਉਹਦਾ। ਜੇ ਕਿਸੇ ਭਰਾ ਨੂੰ ਐਫਕੋ ਉੱਪਰ ਤੱਕ ਜਾਣਦੇ ਤਾਂ ਉਹਨਾਂ ਨਾਲ ਗੱਲ ਕਰਨੀ ਆਪਾਂ। ਕਿਉਂਕਿ ਇੱਕ ਹੋਰ ਗੱਲ ਹੈ, ਇਹ ਜਿਹੜੇ ਡਰੋਨ ਦਿੱਤੇ ਸੀ ਸਪਰੇਅ ਕਰਨ ਵਾਸਤੇ, ਕਿਸੇ ਨੇ 250 ਕਿੱਲਾ ਕਰਿਆ, ਕਿਸੇ ਨੇ 200, ਕਿਸੇ ਨੇ 150, ਕਿਸੇ ਨੇ 300 ਤੋਂ ਵੱਧ ਕਿਸੇ ਨੇ ਨਹੀਂ ਕਰਿਆ। ਆਪਣੀ ਕੁੜੀ ਨੇ ਕਰਿਆ 900। ਤੇ ਨਾਲੇ ਡਰੋਨ 5 ਕਿੱਲੇ ਦੀ ਸਪਰੇਅ ਕਰਕੇ ਬਹਿ ਜਾਂਦਾ, ਮੁੜ ਜਾਂਦਾ, ਉੱਡਦਾ ਨਹੀਂ। ਤੇ ਹਜੇ 100-150 ਕਿੱਲੇ ਦਾ ਆਰਡਰ ਉੱਥੋਂ ਆਇਆ ਪਿਆ ਸੀਗਾ ਸਮਾਲਸਰ ਤੋਂ, ਕਹਿੰਦੇ 1000 ਕਿੱਲਾ ਹੋ ਜੂ ਭਾਈ, ਆ ਜਾਓ। 94,649 94,649 06995 06995 94,649 075 ਛਿੱਕਾ ਨਾ ਆ 69 06995 06995 94,6 ਆਪਾਂ ਲਿਖ ਕੇ ਵੀ ਪਾ ਦਿਆਂਗੇ। 94,649 ਹਾਂ 06995 94,649 ਹੈ ਜੀ। ਇਹ ਅਮਰਤਾਰੀ ਬਣ ਕੇ ਅਮਰਤਾਰੀ ਬੰਦਾ, ਇਹਨੂੰ ਪਾਓ ਲਾਂਤਾਂ। ਇਹ ਲੈ ਕੇ ਆਇਆ ਤੇ ਇਹ ਫੀਲਡ ਅਫਸਰ ਹੈ, ਕਹਿੰਦਾ ਮੈਂ ਇਫਕੋ ਦਾ। ਤੇ ਇਹਨੂੰ ਹੋਰ ਨਹੀਂ ਕਹਿੰਦੇ, ਅਸੀਂ ਦਿਸੀ ਜਾਂਦੇ ਯਾਰ। ਪਤੰਦਰ ਜਦੋਂ ਆਊਗਾ ਵੀ ਉਦੋਂ, ਜਦੋਂ ਫੁੱਲ ਗਾਹਕ ਹੁੰਦੇ ਉਦੋਂ ਆ ਕੇ ਰੌਲਾ ਕਰਨਾ ਇਹਨਾਂ ਨੇ। ਇੱਕ ਦਿਨ ਨਹੀਂ, ਉਹਦੇ ਸ਼ੁੱਕਰਵਾਰ ਨੂੰ ਨਹੀਂ, ਸ਼ਨੀਵਾਰ ਨੂੰ ਤੇ ਫੇਰ ਆ ਸੋਮਵਾਰ ਨੂੰ। ਇੱਕ ਦਿਨ ਹੀ ਲੰਘਿਆ, ਐਤਵਾਰ ਛੁੱਟੀ ਸੀ ਨਾ, ਐਤਵਾਰ ਛੁੱਟੀ ਕਰਕੇ ਨਹੀਂ ਆਇਆ। ਨਹੀਂ ਐਤਵਾਰ ਨੂੰ ਵੀ ਆਉਣਾ ਸੀ। ਤੇ ਕੱਲ ਨੂੰ ਇਹੋ ਜਿਹੇ ਮੈਸੇਜ ਭੇਜੋ ਜਿਹੜਾ ਆਵੇ ਹੀ ਨਾ ਅੱਜ ਹੀ ਬਸ। ਅੱਜ ਇਹੋ ਜਿਹੇ ਮੈਸੇਜ ਭੇਜੋ ਵੀ ਜਿਹੜਾ ਆਵੇ ਹੀ ਨਾ ਨੇੜੇ, ਨੱਕ ਨਾ ਕਰੇ ਇੱਧਰ ਨੂੰ, ਹਨਾ। ਸਹੀ ਗੱਲ ਆ ਬਾਬਾ। ਤੇ ਹੁਣ ਤਾਂ ਪਟਿਆਲੇ ਵਾਲੇ ਭਰਾ ਨੇ ਕਿਹਾ ਸੀ, ਕਹਿੰਦਾ ਮੈਂ ਮੰਤਰੀ ਨੂੰ ਮਿਲਣਾ, ਉਹ ਮਿਲਿਆ ਵੀ ਹੋਊ ਅੱਜ। ਉਹ ਗੱਲ ਕਰੂਗਾ ਸਾਡੇ ਨਾਲ। ਐਂ ਤਾਂ ਅਵਤਾਰ ਵਰਗੇ ਆਪਣੇ ਫਿਰੋਜ਼ਪੁਰ ਵਾਲੇ, ਉਹ ਕਹਿੰਦੇ ਦੱਸੋ, ਗੱਲ ਫਨਾਂਸ ਵਾਲੇ, ਉਹ ਕਹਿੰਦੇ ਦੱਸ ਬਾਬੇ ਸਾਡੇ ਲਈ ਕੋਈ ਵੀ ਹੈਲਪ ਹੈ, ਸਾਡੇ ਬੰਦੇ ਅਫਸਰ ਆ, ਉਹਨਾਂ ਨੂੰ ਨੰਬਰ ਦਿਓ। ਪਰ ਨੰਬਰ ਹੀ ਹੁਣ ਮਿਲਿਆ, ਹੁਣ ਨੰਬਰ ਦਿੰਦੇ ਆ। ਤੇ ਸਾਰੇ ਭਰਾ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰਿਓ ਕਿ ਹਰ ਪੰਜਾਬੀ ਤੱਕ ਜਾਣੀ ਚਾਹੀਦੀ ਹੈ। ਸਾਰੇ ਪੰਜਾਬੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਾਹਰ ਜਾਣ ਤੋਂ ਪਹਿਲਾਂ 2 ਮਹੀਨੇ ਇੱਥੇ ਕੰਮ ਕਰਕੇ ਵੇਖ ਲਓ ਕਿ ਤੁਹਾਡਾ ਰਿਸਪੌਂਸ ਕੀ ਹੈ। ਸਹੀ ਗੱਲ ਆ। ਤੁਸੀਂ ਕੈਨੇਡਾ ਭੁੱਲ ਜਾਓਗੇ। ਕੰਮ ਉਹ ਕਰ ਲਿਓ ਜਿਹੜੇ ਤੁਸੀਂ ਇਕੱਲੇ ਮਿਹਨਤ ਕਰ ਲਓ। ਜਿੰਨਾ ਛੋਟਾ ਉਹਨੇ ਪੈਸੇ ਜ਼ਿਆਦੇ ਜੀ, ਜਿੰਨਾ ਵੱਡਾ ਉਹਨੇ ਘੱਟ। ਬਸ ਗੱਲ ਖਤਮ। ਵੱਡੇ ਤੇ ਆਉਂਦਾ ਜ਼ਰੂਰ ਦੀਦਾ, ਲੱਖ ਰੁਪਈਆ ਆ ਗਿਆ, ਪਰ ਜਾਂਦਾ ਨਹੀਂ ਦੀਦਾ। ਖਰਚੇ ਬਹੁਤ ਹੋ ਜਾਂਦੇ, ਲੱਖ ਹੀ ਜਾਂਦਾ, ਫਿਰ ਵੀ ਜੇਬ ਚੋਂ ਪੈ ਜਾਂਦੇ ਬੰਦੇ ਦੇ। ਠੀਕ ਹੈ, ਇਹ ਛੋਟਾ ਕੰਮ ਹੈ। ਜੇ ਨੁਕਸਾਨ ਵੀ ਹੋਊਗਾ ਤੁਹਾਡਾ 1000-1500 ਪਰ ਬਚਤ ਤੁਹਾਨੂੰ 3-4 ਹਜ਼ਾਰ ਦੀ, ਹੋਰ ਕੀ ਚਾਹੀਦਾ। ਇਸ ਕਰਕੇ ਕਹਿੰਦਾ ਵੀ ਰੇਹੜੀਆਂ ਲਾਓ, ਸਾਰੀਆਂ ਤਨਖਾਹਾਂ ਨਾਲੋਂ ਉੱਪਰ ਜਾਂਦੇ ਆ। ਠੀਕ ਹੈ ਨਾ। ਸਰਕਾਰੀ ਨੌਕਰੀ ਵਾਲਾ ਕੋਈ 60 ਵਾਲਾ, ਕੋਈ ਲੱਖ ਵਾਲਾ, ਇਦੋਂ ਵੱਧ ਵਾਲਾ ਤਾਂ ਹੈ ਨਹੀਂ। ਥੱਲੇ ਵਾਲੇ ਉਹ ਤਾਂ ਵੱਡੇ ਤਾਂ ਅਫਸਰ ਆ ਜਾਂਦੇ ਫਿਰ।
ਵੀ ਇਸ ਕਰਕੇ ਆਪਾਂ ਇੱਧਰ ਨੂੰ ਹੋਵੋ ਛੋਟੇ ਕੰਮਾਂ, ਸਹੀ ਗੱਲ ਆਪੋ ਆਪਣੇ ਪਿੰਡ, ਆਪੋ ਆਪਣੇ ਰੋਡ ਸਾਂਭੋ। ਸ਼ਰਮਾ ਲਾ ਕੇ ਜੱਟਾਂ ਵਾਲਾ ਧੌਣ ਚੋਂ ਕਿੱਲਾ ਕੱਢੋ ਆਪਾਂ ਜੱਟ ਵੀ, ਫੇਰ ਕੰਮ ਹੋਣਾ। ਜਿਵੇਂ ਜਗਰਾਉਂ ਵਾਲਾ ਕਹਿੰਦੇ ਬਾਈ ਆਪਾਂ ਕਿੱਲਾ ਕੱਢ ਕੇ ਆਏ ਆ, ਕੰਮ ਕਰਨਾ, ਭਰਾ ਭੇਜਿਆ, ਜਵਾਕ ਭੇਜਿਆ, ਪੈਸੇ ਫੜ ਕੇ ਭੇਜੇ, ਭਰਾਵਾ ਮਿਹਨਤ ਕਰਨੀ ਆ, ਲਾਉਣੇ ਆ। ਉਹ ਹੁੰਦੇ ਆ ਬੰਦੇ। ਜਿਹੜਾ ਐਵੇਂ ਸੰਗੀ ਜਾਵੇ ਉਹ ਕਾਹਦਾ ਬੰਦਾ ਹੈ। ਠੀਕ ਹੈ ਜੀ, ਇੰਨੀ ਕਾ ਬੇਨਤੀ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।